ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਦਿਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਸ਼ਲੋਕ ਤੋਂ ਹੀ ਵਿਚਾਰ ਆਰੰਭ ਕਰਦੇ ਹਾਂ, ਕੱਲ੍ਹ ਵਾਲੇ ਸ਼ਲੋਕ ਤੋਂ, ਕਿਉਂਕਿ ਕੱਲ ਅੱਧੀ ਕੁ ਪੰਕਤੀ ਦੀ ਵਿਚਾਰ ਜਿਹੜੀ ਬਾਕੀ ਸੀ, ਨਾਲ ਦੀ ਨਾਲ ਅਗਲੇ ਸ਼ਲੋਕ ਦੀ ਵਿਚਾਰ ਸਰਵਣ ਕਰਾਂਗੇ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਸਤਿਗੁਰੂ ਕਹਿੰਦੇ ਐ ਵੀ ਮਨੁੱਖ ਤੂੰ ਸੁਖ ਦੇ ਬਹੁਤ ਯਤਨ ਕਰਦਾ ਹੈ। ਕੱਲ ਦਾਸ ਨੇ ਬੇਨਤੀ ਕੀਤੀ, ਮਾਇਆ ਦੀ ਭੱਜ ਦੌੜ ਜਾਂ ਧਾਰਮਿਕ ਕਰਮ ਵੀ ਬਹੁਤੇ ਅਸੀਂ ਮਾਇਆ ਕਰਕੇ ਹੀ ਕਰਦੇ ਆ ਵੀ ਚਲੋ ਭਾਈ ਆਹ ਵੇਖ ਲਈਏ ਕਰਕੇ ਆ। ਜੇ ਅਸੀਂ ਅਖੰਡ ਪਾਠ ਸਾਹਿਬ ਵੀ ਰੱਬ ਕਰਾਉਣਾ ਨਾ, ਮਾਫ ਕਰ ਦੇਣਾ, ਅਸੀਂ ਕਿਤੇ ਨਾ ਕਿਤੇ ਉਹ ਵੀ ਅਰਦਾਸ ਹੀ ਕਰਾਈ ਹੁੰਦੀ ਹੈ ਪਹਿਲਾਂ ਵੀ ਗੁਰੂ ਸਾਹਿਬ ਜੀ ਆਹ ਦਾਤ ਦੇ ਦਿਓ ਤੇ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਵਾਵਾਂਗੇ। ਅਸਲ ਦੇ ਅੰਦਰ ਪਤਾ ਸਾਡੀ ਮਰਿਆਦਾ ਕੀ ਹੈ ਸਿੱਖ ਧਰਮ ਦੀ। ਬਹੁਤ ਇਹ ਕਰਦੇ ਵੀ ਅਰਦਾਸ ਕਰਵਾ ਲਓ ਤੇ ਜੇ ਕਾਰਜ ਹੋ ਗਿਆ ਤੇ ਪਾਠ ਕਰਵਾ ਦਿਆਂਗੇ, ਨਾ ਹੋਇਆ ਤੇ ਕੋਈ ਨਹੀਂ ਕਰਵਾਉਂਦਾ। ਐਸਾ ਕੁਝ ਹੁੰਦਾ ਹੈ। ਮਰਿਆਦਾ ਇਹ ਹੈ ਵੀ ਜਦੋਂ ਅਰਦਾਸ ਕਰਨੀ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਵਾਓ। ਉਹ ਭਾਵੇਂ ਸਹਿਜ ਪਾਠ ਆਰੰਭ ਕਰਵਾਈਏ ਘਰੇ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਵਾਈਏ, ਸੰਗਤ ਨੂੰ ਸੱਦੀਏ, ਉੱਥੇ ਕੀਰਤਨ ਹੋਵੇ, ਉੱਥੇ ਕਥਾ ਹੋਵੇ, ਸਾਰੇ ਰਲ ਮਿਲ ਕੇ ਗੁਰੂ ਸਾਹਿਬ ਅੱਗੇ ਤਰਲਾ ਲੈਣ। ਸੱਚ ਜਾਣੋ ਜੇ ਕਰਮਾਂ 'ਚ ਨਹੀਂ ਵੀ ਨਾ ਉਹ ਦਾਤ ਜਿਹੜੀ ਮੰਗਣੀ ਚਾਹੁੰਦੇ ਆ, ਜਦੋਂ ਸੰਗਤ ਅਰਦਾਸ ਕਰੇਗੀ ਕੋਈ ਐਸੀ ਦਾਤ ਨਹੀਂ ਜਿਹੜੀ ਗੁਰੂ ਸਾਹਿਬ ਜੀ ਤੋਂ ਉੱਠ ਕੇ ਨਾ ਦੇ ਸਕਣ। ਉਹ ਸਾਨੂੰ ਸੰਗਤੀ ਰੂਪ 'ਚ ਪਹਿਲਾਂ ਵੀ ਇਕੱਠੇ ਹੋਣਾ ਚਾਹੀਦਾ। ਜੇ ਅਸੀਂ ਖੀਰ ਤੇ ਸੰਗਤ ਨੂੰ ਸੱਦ ਕੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ, ਸੰਗਤ ਨੂੰ ਸੱਦੀਏ, ਕੀ ਪਤਾ ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ ਹੈ, ਕੋਈ ਨਿੱਜੀ ਅਰਦਾਸ ਕਰਦਾ ਹੈ ਆਪਣੇ, ਕਈ ਵਾਰੀ ਐਸਾ ਹੁੰਦਾ ਵੀ ਦੂਸਰੇ ਤੋਂ ਅਰਦਾਸ ਕਰਾਈਏ, ਨਹੀਂ ਉਹ ਆਪਣੇ ਤੇ ਦੂਸਰੇ ਦੀ ਅਰਦਾਸ ਇਸ ਕਰਕੇ ਪ੍ਰਵਾਨ ਹੁੰਦੀ ਹੈ ਵੀ ਉਹ ਆਪਣੇ ਵਾਸਤੇ ਕੁਝ ਨਹੀਂ ਮੰਗ ਰਿਹਾ। ਸੰਗਤ ਖੜੀ ਹੈ, ਮੰਨ ਲਓ ਆਪਣੇ ਘਰ 100 ਸਰੀਰ ਆਇਆ, ਅਸੀਂ ਕੁਝ ਮੰਗਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ, ਅਸੀਂ ਕੁਝ ਮੰਗਣਾ ਹੈ, ਤੇ ਜਦੋਂ ਅਸੀਂ ਮੰਗਾਂਗੇ ਤੇ ਉਹ ਬਖਸ਼ਿਸ਼ ਪਤਾ ਨਹੀਂ ਕਿਹਦੀ ਅੰਦਰੋਂ ਰੂਹ 'ਚੋਂ ਆਵਾਜ਼ ਨਿਕਲਣੀ ਹੈ ਤੇ ਕਿਹਦੀ ਗੁਰੂ ਸਾਹਿਬ ਨੇ ਸੰਗਤ 'ਚੋਂ ਪ੍ਰਵਾਨ ਕਰ ਲੈਣੀ ਹੈ। ਜੋ ਮੰਗ ਰਹੇ ਕਈ ਵਾਰੀ ਕਰਮਾਂ 'ਚ ਨਹੀਂ ਹੁੰਦਾ ਵੀ ਜਿਹੜੀ ਦਾਤ ਮੰਗ ਰਹੇ ਹੈ ਉਹ ਨਹੀਂ ਹੈ, ਪਰ ਕਿਸੇ ਦੀ ਅਰਦਾਸ ਸਾਨੂੰ ਉਹ ਦਾਤ ਦਵਾ ਦਿੰਦੀ ਹੈ। ਅੱਜ ਨਾ ਉਗੋ ਕੀ ਬਸਤੀ ਹੈ, ਮੇਰੇ ਕੋਲ ਨੰਬਰ ਵੀ ਭਾਈ ਸਾਹਿਬ ਦਾ, ਉਹਨੂੰ ਮੰਡ ਕਹਿੰਦੇ ਆ, ਜਿਹੜੀ ਜਦੋਂ ਵਿਸ਼ਵਾਸ ਹੋਵੇ ਉਹਨਾਂ ਦਾ ਨਾ 5 ਸਾਲ ਦਾ ਬੱਚਾ ਕਰੰਟ ਲੱਗ ਕੇ ਚੜ੍ਹਾਈ ਕਰ ਗਿਆ। ਆ ਰਤਾ ਖੇੜੇ ਕਾਲ ਅਕੈਡਮੀ ਬਣੀ ਹੈ, ਉਹਦੇ ਚੋਂ ਬੱਚਾ ਪੜ੍ਹਦਾ ਸੀ ਤੇ ਉਹ ਘਰੇ ਗਿਆ ਸ਼ਾਮ ਨੂੰ ਤੇ ਕਿਤੇ ਉਹਨਾਂ ਦੀ ਮੋਟਰ ਚੱਲਦੀ, ਉਹ ਬੱਚੇ ਦਾ ਹੱਥ ਲੱਗ ਗਿਆ ਲਾਈਟ ਨੂੰ, ਉਹ ਚੜ੍ਹਾਈ ਕਰ ਗਿਆ ਤੇ ਮੈਨੂੰ ਫੋਨ ਆਇਆ, ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ, ਬਾਬਾ ਜੀ ਤੁਸੀਂ ਕੀਰਤਨ ਨਹੀਂ ਆਪਾਂ ਕਰਾਉਣਾ, ਬੱਚਾ ਨਿੱਕਾ ਸੀ, ਤੁਸੀਂ ਕਥਾ ਕਰ ਦਿਓ। ਮੈਂ ਕਿਹਾ ਜੀ ਠੀਕ ਹੈ। ਉਹ ਕਾਫੀ ਇਕੱਠ ਹੋਇਆ ਜੀ ਉਹ ਬੱਚੇ ਦੀ ਅੰਤਮ ਅਰਦਾਸ ਦੇ। ਕੁਦਰਤੀ ਮੈਨੂੰ ਪਰਿਵਾਰ ਨੇ ਨਹੀਂ ਕਿਹਾ ਵੀ, ਪਰਿਵਾਰ ਨੇ ਨਹੀਂ ਸੀ ਕਿਹਾ ਵੀ ਤੁਸੀਂ ਅਰਦਾਸ ਕਰੋ, ਕੁਦਰਤੀ ਅੰਦਰੋਂ ਜਦੋਂ ਮੈਂ ਅਰਦਾਸ, ਬਾਬਾ ਜੀ ਅਰਦਾਸ ਵੀ ਤੁਸੀਂ ਕਰਨੇ। ਮੈਂ ਅਰਦਾਸ ਕਰਨ ਲੱਗਾ, ਸੰਗਤ ਬਹੁਤ ਖੜੀ ਸੀ, ਮੈਂ ਗੁਰੂ ਸਾਹਿਬ ਅੱਗੇ ਤਰਲਾ ਲਿਆ, ਮੈਂ ਕਿਹਾ ਸਤਿਗੁਰੂ ਜੀ ਜੇ ਲੈ ਗਏ ਹੋ ਸਾਡੇ ਕੋਲ 5 ਸਾਲ ਦੇ ਬੱਚੇ ਨੂੰ ਤੇ ਤੇਰੇ ਘਰ ਕੀ ਨਹੀਂ ਹੈ, ਅਰਦਾਸ ਸੰਗਤ ਦੀ ਅਰਦਾਸ ਹੈ, ਕਿਰਪਾ ਕਰੋ ਹੋਰ ਬਖਸ਼ ਦਿਓ। ਤੇ ਗੁਰਮੁਖੋ 3 ਸਾਲਾਂ ਬਾਅਦ ਉਹਨਾਂ ਦੇ ਘਰੇ, ਹੁਣ ਉਹ ਬੱਚਾ 2.5-3 ਸਾਲ ਦਾ ਹੋ ਗਿਆ, 3 ਸਾਲਾਂ ਬਾਅਦ ਉਹਨਾਂ ਦੇ ਘਰੇ ਇੱਕ ਬੱਚਾ ਜਨਮ ਲੈਂਦਾ। ਉਸੇ ਦਿਨ ਜਿਸ ਦਿਨ ਪਹਿਲੇ ਬੱਚੇ ਨੇ ਜਨਮ ਲਿਆ, ਉਹ ਬੱਚੇ ਦੇ ਸਰੀਰ ਤੇ ਨਿਸ਼ਾਨ ਹੈ ਕੋਈ, ਉਹ ਮੈਂ ਮੇਰੇ ਕੋਲ ਫੋਨ ਨੰਬਰ ਹੈ, ਕੋਈ ਇੱਥੇ ਨਹੀਂ ਮੈਂ ਇੱਡੀ ਸਟੇਜ ਤੇ ਬੈਠ ਕੇ ਕਹਿ ਰਿਹਾ ਕੋਈ ਇਹ ਝੂਠੀ ਗੱਲ ਹੈ, ਮੈਂ ਫੋਨ ਨੰਬਰ ਦੇ ਦੇਣਾ, ਤੁਸੀਂ ਗੱਲ ਕਰਿਓ। ਉਹ ਕਹਿੰਦੇ ਸੀ ਬੱਚੇ ਦੇ ਸਰੀਰ ਤੇ ਉਹ ਕਿਸੇ ਜਗ੍ਹਾ ਤੇ ਕੋਈ ਦਾਗ ਸੀ ਜਾਂ ਕੁਝ ਵੀ ਲੱਗਾ ਹੋਏਗਾ, ਕਹਿੰਦੇ ਬਿਲਕੁਲ ਉਹ ਨਿਸ਼ਾਨ ਵੀ ਸਰੀਰ ਤੇ ਆਇਆ ਔਰ ਉਸੇ ਬਾਅਦ ਉਸੇ ਡੇਟ ਨੂੰ ਉਸ ਬੱਚੇ ਦਾ ਜਨਮ ਹੋਇਆ। ਸੰਗਤ ਦੀ ਅਰਦਾਸ ਹੋਈ ਹੈ ਨਾ। ਹਾਂ ਕਈ ਵਾਰੀ ਮੰਨ ਲਓ ਵੀ ਬਹੁਤੀ ਸੰਗਤ ਇੱਥੇ ਆਉਂਦੀ ਵੀ ਆਪਾਂ ਗ੍ਰੰਥੀ ਸਿੰਘ ਜੀ ਤੋਂ ਅਰਦਾਸ ਕਰਾਈਏ, ਕਈ ਵਾਰੀ ਗ੍ਰੰਥੀ ਸਿੰਘ ਅਰਦਾਸਾਂ ਹੀ ਇੰਨੀਆਂ ਕਰਦਾ ਹੁੰਦਾ, ਉਹ ਨਾ ਫਿਰ ਐਂ ਹੀ ਸਮਝਦਾ ਵੀ ਚਲੋ ਫਾਰਮੈਲਿਟੀ ਜੀ ਤੌਰ ਤੇ। ਇੱਕ ਹੁੰਦਾ ਰੂਹ 'ਚੋਂ ਕੋਈ ਚੀਜ਼ ਮੰਗਣੀ, ਮੰਗਤਾ ਕਿਸੇ ਦੇ ਘਰੇ ਜਾਵੇ ਤੇ ਉਹ ਜੇ ਹੋਰ ਦੇ ਤਰੀਕੇ ਨਾਲ ਮੰਗੇ ਤੇ ਘਰ ਵਾਲੇ ਕਹਿੰਦੇ ਭੱਜ ਜਾ ਇੱਥੋਂ, ਤੇ ਜੇ ਤਰਲਾ ਹੀ ਇੰਨਾ ਕੁ ਲਵੇ ਤੇ ਨਾ ਵੀ ਕੁਝ ਦੇਣਾ ਚਾਹੁੰਦੇ ਹੋ ਨਾ ਫਿਰ ਵੀ ਉਹਨਾਂ ਨੂੰ ਦੇਣਾ ਪੈਂਦਾ। ਉਹਨੇ ਮੰਗਿਆ ਹੀ ਇਸ ਤਰੀਕੇ ਦੇ ਨਾਲ ਹੈ, ਇਸ ਤਰੀਕੇ ਨਾਲ ਉਹਨੇ ਮੰਗਿਆ। ਇੱਥੇ ਦਾਤਾਂ ਮਿਲਦੀਆਂ ਗੁਰਮੁਖੋ, ਬੜੀ ਵੱਡੀ ਬਖਸ਼ਿਸ਼। ਇਹ ਸਾਡੀ ਮਰਿਆਦਾ ਹੈ
ਵੀ ਅਸੀਂ ਜਦੋਂ ਅਰਦਾਸ ਕਰਨੀ ਉਦੋਂ ਵੀ ਗੁਰੂ ਸਾਹਿਬ ਦੇ ਚਰਨ ਪਰਸਨੇ ਆ। ਕਿਹੜੀ ਦਾਤ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਤੇ ਜਿਹੜੀ ਦਾਤ ਇਸ ਤਰ੍ਹਾਂ ਮੰਗ ਕੇ ਲਾਂਗੇ ਉਹ ਦੁੱਖ ਨਹੀਂ ਦੇਗੀ, ਦੁੱਖ ਨਹੀਂ। ਸਾਡੇ ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ ਵੀ ਅਸੀਂ ਉਹ ਮੰਗਦੇ ਐ ਤੇ ਉਹ ਵਪਾਰ ਨਹੀਂ ਬਣਾਉਣਾ ਜੀ ਇਹਨੂੰ, ਇੱਕ ਅਰਦਾਸ ਨੂੰ ਵੀ ਮਿਲ ਜੇਗੀ ਤੇ ਫਿਰ ਅਖੰਡ ਪਾਠ ਸਾਹਿਬ ਕਰਾ ਦੇ। ਮਿਲ ਗਈ ਕੀ ਅਸੀਂ ਕੁਝ ਮਿਲਣ ਤੇ ਹੀ ਅਖੰਡ ਪਾਠ ਸਾਹਿਬ ਕਰਾਉਣਾ, ਕਿ ਅਸੀਂ ਕੁਝ ਮਿਲਣ ਤੇ ਹੀ ਸਹਿਜ ਪਾਠ ਸਾਹਿਬ ਆਰੰਭ ਕਰਾਉਣਾ? ਅਸੀਂ ਤੇ ਰੋਕ ਰੋਕ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨਾ। ਮੈਂ ਤੇ ਕਿਸੇ ਦੇ ਘਰੇ ਕਿਤੇ ਕਥਾ ਕਰਨ ਜਾਵਾਂ ਤਾਂ ਮੈਨੂੰ ਬੜੇ ਚਾਹ ਵੀ ਇਸ ਤਰ੍ਹਾਂ ਕਿਤੇ ਸਾਡੇ ਘਰੇ ਕੋਈ ਸੰਗਤ ਆਵੇ, ਇਹ ਸਾਡੇ ਮਨ 'ਚ ਹੋਣੀ ਚਾਹੀਦੀ ਹੈ ਵੀ ਬਖਸ਼ਿਸ਼ ਵਰਤੇ। ਮਹਾਰਾਜ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਹੋਏ। ਸਾਰਿਆਂ ਨੇ ਸੁਖ ਦੇ ਯਤਨ ਕੀਤੇ। ਧਾਰਮਿਕ ਮਹਾਰਾਜ ਕਹਿੰਦੇ ਸਭ ਪੈ ਕੋਈ ਈਸ਼ਰ ਧਿਆਇਆ। ਬਹੁਤੇ ਜਿਹੜੇ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਜਾਂ ਬਾਣੀ ਬਹੁਤੇ ਜਿਹੜੇ ਪੜ੍ਹਨ ਵਾਲੇ ਨੂੰ ਕਿਤੇ ਨਾ ਕਿਤੇ ਮਾਇਆ ਪ੍ਰਾਪਤੀ ਵਾਸਤੇ ਪੜ੍ਹਦੇ ਆ। ਮਾਇਆ ਪ੍ਰਾਪਤੀ ਜਦੋਂ ਨਿਸ਼ਕਾਮ ਹੋ ਕੇ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਕਿ ਕੋਈ ਐਸੀ ਦਾਤ ਨੂੰ ਜਿਹੜੀ ਨਾ ਮਿਲੇਗੀ, ਉਹ ਦਾਤ 'ਚੋਂ ਸੁੱਖ ਵੀ ਫਿਰ ਮਿਲੇਗਾ। ਮੰਨ ਲਓ ਵੀ ਹੁਣ ਮੈਂ ਬਾਣੀ ਨਹੀਂ ਪੜ੍ਹਦਾ, ਕੋਈ ਕਾਰਜ ਪੈ ਗਿਆ, ਮੈਂ 40 ਦਿਨ ਦੀ ਅਰਦਾਸ ਕਰਾਂਗਾ ਜੀ, 40 ਦਿਨ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਾਂਗਾ ਕਿ 40 ਦਿਨ ਹੀ ਪਾਠ ਕਰੋ ਮਿਲ ਜੇਗੀ ਦਾਤ। ਮਿਲ ਜਾਂਦੀ ਹੈ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਮਿਲਦੀ ਹੈ ਕਿ 40 ਦਿਨਾਂ ਤੋਂ ਬਾਅਦ ਦਾਤ ਮਿਲ ਗਈ ਫਿਰ ਤੂੰ ਪਾਠ ਬੰਦ ਕਰ ਦੇਣਾ? ਨਹੀਂ, ਫਿਰ ਨਿਸ਼ਕਾਮ ਹੋ ਜਾ। ਦਾਤ ਮਿਲ ਗਈ, ਚਲੋ ਦਾਤ ਵਾਸਤੇ ਕੀਤਾ, ਮਾੜੀ ਗੱਲ ਨਹੀਂ ਹੈ ਕਿ ਮੈਂ ਪਾਠ ਕਰਾਂਗਾ ਗੁਰੂ ਸਾਹਿਬ ਦੀ ਦਾਤ ਦੇ ਦਿਓ। ਮਿਲ ਗਈ ਹੁਣ ਨਿਸ਼ਕਾਮ ਹੋ ਜਾ। ਹੁਣ ਨਿਸ਼ਕਾਮ ਪੜ੍ਹਨਾ ਹੋਰ ਮੰਗ ਹੀ ਕੁਝ ਨਾ। ਜਦੋਂ ਕੁਝ ਨਹੀਂ ਮੰਗੇਗਾ ਮੰਗੀ ਦਾਤ ਚੋਂ ਵੀ ਸੁੱਖ ਤੇ ਆਉਣ ਵਾਲੇ ਜੀਵਨ 'ਚ ਵੀ ਸੁੱਖ। ਰੱਬ ਕਿਸੇ ਨੂੰ ਸੰਗਤ ਜੀ ਦੁੱਖ ਨਹੀਂ ਦੇ ਦਿੰਦਾ, ਦੁੱਖ ਸਾਡੇ ਕਰਮਾਂ ਦੇ ਹੈ। ਅਸੀਂ ਆਪਣੇ ਬੱਚਿਆਂ ਨੂੰ ਦੁੱਖ ਦਿੰਦੇ ਹਾਂ, ਕਦੇ ਵੀ ਨਹੀਂ ਦਿੰਦੇ। ਦੁਖੀ ਵੇਖਣਾ ਚਾਹੁੰਦੇ, ਕਦੇ ਵੀ ਨਹੀਂ ਵੇਖਣਾ ਚਾਹੁੰਦੇ। ਬਸ ਰੱਬ ਵੀ ਸਾਡੇ ਨਾਲ ਇੰਨਾ ਨਹੀਂ ਪਿਆਰ ਕਰਦਾ। ਜੇ ਦੁੱਖ ਹੈ ਕਈ ਵੀ ਬੱਚਾ ਦੁਖੀ, ਉਹਨੇ ਕੰਮ ਹੀ ਇਹੋ ਜਿਹਾ ਕੀਤਾ, ਉਹਨੂੰ ਜੇਲ੍ਹ ਜਾਣਾ ਪਿਆ, ਉਧਰ ਫਿਰ ਮਾਂ ਪਿਓ ਵੀ ਕਹਿੰਦਾ ਬੇਟਾ ਨਾ ਕਰ ਦੂੰ ਤੇ ਤੇਰੇ ਨਾਲ ਨਾ ਹੋਣਾ। ਬਸ ਆਹ ਹੀ ਗੱਲ ਹੈ, ਜੇ ਨਾ ਭੈੜਾ ਕਰਮ ਕਰਦੇ ਸਾਡੇ ਜੀਵਨ 'ਚ ਨਾ ਦੁੱਖ ਹੋਣਾ। ਜੇ ਦੁੱਖ ਆਇਆ ਇਹਦਾ ਮਤਲਬ ਅਸੀਂ ਕਰਮ ਚੰਗਾ ਨਹੀਂ ਕੀਤਾ, ਅਸੀਂ ਕਰਮ ਨਹੀਂ ਚੰਗਾ ਕੀਤਾ। ਮਰਜ਼ ਕਹਿੰਦੇ ਹੈ ਯਤਨ ਬਹੁਤ ਸੁਖ ਕੇ ਕੀਏ, ਬਹੁਤ ਯਤਨ ਕੀਤੇ ਸੁਖ ਮਿਲਦੇ। ਭੱਜ ਦੌੜ 4 ਰੁਪਈਏ ਆ ਜਾਣੇ ਇਹਨਾਂ 'ਚ ਸੁਖ ਜਾਂ ਭੱਜ ਦੌੜ। ਮਰਜ਼ ਕਹਿੰਦੇ ਦੁੱਖ ਕੋ ਕੀਓ ਨਾ ਕੋਏ, ਦੁੱਖ ਦਾ ਕੋਈ ਯਤਨ ਨਹੀਂ ਕੀਤਾ ਪਰ ਦੁੱਖ ਫਿਰ ਵੀ ਆਉਂਦੇ। ਦੁੱਖ ਤਾਂ ਆਉਂਦੇ ਵੀ ਅਸੀਂ ਕਰਮ ਇਹੋ ਜਿਹੇ ਕਰ ਬੈਠੇ ਜੀ। ਸਤਿਗੁਰੂ ਕਹਿੰਦੇ ਬੜਾ ਸੋਹਣਾ ਮਨ ਨੂੰ ਸੁਖ ਮਿਲੇ। ਕਿਤੇ ਹੁੰਦਾ ਕਿਸੇ ਨੂੰ ਅਸੀਂ ਕੁਝ ਕਹਿ ਰਹੇ, ਇੱਕ ਹੁੰਦਾ ਆਪਣੇ ਆਪ ਨਾਲ। ਮਨ ਨੇ ਆਪਣੇ ਸਰੀਰ ਨਾਲ ਵੀ ਗੱਲ ਕੀਤੀ, ਮਨ ਨਾਲ ਤੇ ਬਹੁਤ ਵਾਰੀ ਗੱਲ ਆਈ ਸਰੀਰ ਨਾਲ। ਇਹ ਸਰੀਰਾਂ ਮੇਰੇ ਇਸ ਜਗ ਮੈਂ ਆਏ ਕਿ ਕਿਆ ਤੁਮ ਕਰਮ ਕਮਾਇਆ, ਕੀ ਕਰਮ ਕਮਾਇਆ ਤੁਮ ਸਰੀਰਾ ਜਾਤ ਜਗ ਹੈ ਆਇਆ। ਹੁਣ ਇੱਥੇ ਵੀ ਇਸ ਬੁੱਧ ਨੇ ਬਣਾ ਜਾਂ ਆਪਾਂ ਕਈ ਵਾਰੀ ਆਪਣੇ ਆਪ ਨਾਲ ਗੱਲ ਕਰਦੇ ਵੀ ਪਰਮੇਸ਼ਰ ਸਿਆ ਇਹ ਹੋਣਾ ਚਾਹੀਦਾ। ਉਹ ਆਪਣੇ ਮਨ ਨਾਲ ਗੱਲ ਹੈ ਵੀ ਐ ਨਹੀਂ ਵੀ ਤੂੰ ਹੁਣ 40 ਕੁ ਦਿਨ ਦੀ ਬਾਣੀ ਪੜ੍ਹਨੀ, ਐ ਨਹੀਂ ਵੀ ਤੂੰ 40 ਕੁ ਦਿਨ ਦੀ ਗੁਰਦੁਆਰੇ ਆਉਣਾ। ਆਪਣੇ ਆਪ ਨਾਲ ਸਾਨੂੰ ਗੱਲ ਕਰਨੀ ਚਾਹੀਦੀ। ਦੂਸਰੇ ਨੂੰ ਨਾ ਕਹੀਏ ਵੀ ਤੂੰ, ਕਈ ਵਾਰੀ ਐਸਾ ਹੁੰਦਾ ਹੈ ਵੀ ਕੋਈ ਦੂਸਰਾ ਆਪਾਂ ਨੂੰ ਇੱਥੇ ਹੁਣ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ, ਬਹੁਤ ਯਾਰ ਨੂੰ ਤੁਸੀਂ ਜੋੜ ਲਿਆ ਜਿਹੜੇ 40 ਦਿਨ ਆਏ, ਫਿਰ ਕਿਤੇ ਉਹ ਆਏ ਤੁਸੀਂ ਕਹਿਣਾ ਸ਼ੁਰੂ ਕਰ ਦਿੱਤਾ ਭਾਈ ਹੁਣ ਨਹੀਂ ਕਦੇ ਦਿਸੇ, ਫਿਰ ਉਹਨੂੰ ਆਉਣਾ ਪਿਆ ਆਇਆ। ਸਾਡੇ ਸਾਰਿਆਂ ਨਾਲ ਮੇਰੇ ਖਿਆਲ ਨਹੀਂ ਹੋਇਆ ਜੇ ਅਸੀਂ ਪਹਿਲਾਂ ਜਦੋਂ ਜੁੜੇ ਹੋਵਾਂਗੇ ਉਦੋਂ ਦਿਨਾਂ ਕਰਕੇ ਜੁੜੇ ਹੋਵਾਂਗੇ ਤੇ ਫਿਰ ਸਹਿਜੇ ਸੰਗਤ ਨੇ ਕਹਿਣਾ ਇਹ ਵੀ ਗੁਰੂ ਬਾਹ ਪਕੜਦਾ ਹੈ। ਕਈ ਵਾਰੀ ਐਸਾ ਉਹਨਾਂ ਨੂੰ ਬਾਹਰ ਚਲਾ ਦਿੱਤਾ ਆਪਣੀ ਸੰਗਤ ਨੂੰ ਸਰੀਰ, ਤੇ ਉਹ ਆਪਾਂ ਨੂੰ ਉਹਨੂੰ ਵੀ ਮਹਿਸੂਸ ਹੁੰਦਾ ਮੈਂ ਨਹੀਂ ਜਾਂਦਾ ਉੱਥੇ, ਤੇ ਸੰਗਤ ਨੂੰ ਵੀ ਹੁੰਦਾ ਵੀ ਉਹ ਆਏ ਨੂੰ ਫਿਰ ਪੁੱਛਦੇ ਤੇ ਫਿਰ ਉਹ ਯਕੀਨ ਨਾਲ 1-2 ਦਿਨ ਨਹੀਂ ਆਉਂਦਾ ਆਪ ਜੀ ਪੁੱਛਦੇ ਹੋ ਭਾਈ ਆਏ ਕਿਉਂ ਨਹੀਂ ਹੈ। ਇਹਦਾ ਮਤਲਬ ਗੁਰੂ ਸਾਹਿਬ ਰੋਜ਼ ਸੱਦਣਾ ਚਾਹੁੰਦੇ ਸਨ। ਕਹਿੰਦੇ ਆ ਕੇ ਬੈਠ ਜਾਓ, ਆ ਕੇ ਬੈਠ ਸੰਗ ਵਿੱਚ ਸੰਗਤ ਹਰ ਪ੍ਰਭ ਵਸੇ, ਪ੍ਰਭ ਤੇ ਵਸਦੇ ਰਾਜੀ ਕੇ ਸੱਦਦੇ ਸਨ। ਉਹ ਫਿਰ ਕਹਿੰਦਾ ਵੀ ਆਪ ਆਇਆ ਨਹੀਂ ਨਜ਼ਰ ਹੋ ਗਿਆ ਕਿ ਅਸੀਂ ਐਂ ਕਰਕੇ ਜੁੜ ਗਏ ਵੀ। ਮਰਦ ਕਹਿੰਦੇ ਹੈ ਮਨ ਨੂੰ ਵੀ ਕਿਤੇ ਸੁਬੋਧਨ ਹੋਣਾ ਚਾਹੀਦਾ। ਉਹ ਮਨਾ ਹੀ ਕੀ ਕਰਦੇ ਆ, ਕਹਿੰਦੇ ਘਰੇ ਬੈਠੇ ਨਾ ਹਾਜ਼ਰੀ ਤੇ ਆਪਣੇ ਆਪ ਨੂੰ ਕੋਸ ਲੈਣਾ ਚਾਹੀਦਾ। ਕਹਿੰਦੇ ਉਹ ਅੱਜ ਗਿਆ ਹੀ ਨਹੀਂ, ਕੱਢ ਸਕਦਾ ਸੀ ਟਾਈਮ, ਤੂੰ ਜਾਣ ਕੇ ਨਹੀਂ ਗਿਆ। ਮਨ ਨੂੰ ਵੀ ਕੋਸਣਾ ਚਾਹੀਦਾ। ਸਾਡੇ ਉਸਤਾਦ ਜੀ ਕਹਿੰਦੇ ਸਾਨੂੰ ਮਨ ਨੂੰ ਪੁੱਤ ਬਣਾ ਕੇ ਰੱਖਣਾ, ਮਨ ਨੂੰ ਬਾਪ ਨਹੀਂ ਬਣ ਦੇਣਾ।
ਮਨ ਦੇ ਆਖੇ ਨਹੀਂ ਲੱਗਣਾ, ਮਨ ਨੂੰ ਆਖੇ ਲਾਉਣਾ ਹੈ। ਇੱਥੇ ਮਹਾਰਾਜ ਇਹੀ ਤੇ ਗੱਲ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਇਹ ਬੜਾ ਸੁਣ ਹਰਿ ਭਾਵੈ ਸੋ ਹੋਈ। ਜਿਹੜਾ ਹਰ ਨੂੰ ਭਾਵੇਗਾ ਉਹੀ ਹੋਣਾ ਹੈ। ਬੜੀ ਵੱਡੀ ਬਖਸ਼ਿਸ਼ ਵਾਪਰੇ ਜਿਹਦੇ ਤੇ ਜੇ ਐਸ ਭਗਤੀ ਦੀ ਉਪਮਾਈ ਕਰ ਲੇਗਾ ਵੀ ਜੋ ਮੇਰੇ ਚਿੱਤ ਵਿੱਚ, ਜੋ ਮੇਰੇ ਚਿੱਤ 'ਚ ਹੈ ਉਹ ਰੱਬ ਨੇ ਉਹ ਨਹੀਂ ਕਰਨਾ, ਉਹ ਕਰਨਾ ਜੋ ਰੱਬ ਦੇ ਚਿੱਤ 'ਚ ਹੈ। ਜਾਂ ਆਪਾਂ ਬਚਨ ਪੜ੍ਹੇ, ਮੈਂ ਜੋਰ ਨਾਹੀ ਕ੍ਰਿਸ਼ ਕਾਜ ਹਮ ਸਾਕੈ, ਜਿਉ ਭਾਵੇ ਜਿਵੇਂ ਬਖਸ਼। ਜੋਰ ਦਾ ਤਾਂ ਸਾਡੇ 'ਚ ਕੋਈ ਤਾਕਤ ਨਹੀਂ, ਆਪਣੀ ਮਰਜ਼ੀ ਨਾਲ ਕੁਝ ਕਰ ਸਕਦਾ। ਇਹ ਤਾਂ ਤੇਰੀ ਬਖਸ਼ਿਸ਼ ਵਰਤਦੀ ਹੈ। ਹੱਥ ਭਾਵੇ ਸੋ ਉਹ ਜਿਹੜਾ ਹੱਥ ਨੂੰ ਪਾਉਂਦਾ, ਤੇ ਜਿਹੜਾ ਹੱਥ ਨੂੰ ਪਾਉਂਦਾ ਉਹ ਸਾਡੇ ਵਾਸਤੇ ਮਾੜਾ ਨਹੀਂ ਹੋ ਸਕਦਾ। ਇਹ ਵੀ ਗੱਲ ਸਮਝ ਆਉਣੀ ਚਾਹੀਦੀ। ਇੱਕ ਤੇ ਮਨ ਮੰਨ ਜਾਣਾ ਕਿ ਮੈਨੂੰ ਉਹ ਚੰਗਾ ਲੱਗਦਾ ਜਿਹੜਾ ਹੱਥ ਨੂੰ ਪਾਉਂਦਾ, ਇੱਕ ਜਿਹੜਾ ਹੱਥ ਨੂੰ ਪਾਉਂਦਾ ਉਹ ਮੇਰੇ ਵਾਸਤੇ ਮਾੜਾ ਨਹੀਂ ਹੋ ਸਕਦਾ। ਇਹ ਵੀ ਨਾਲ ਸਾਡੇ ਅੰਦਰ ਗੱਲ ਹੋਣੀ ਚਾਹੀਦੀ ਹੈ ਵੀ ਰੱਬ ਜੋ ਕਰਦੇ ਉਹ ਚੰਗਾ ਕਰਦਾ ਹੈ, ਰੱਬ ਜੋ ਕਰਦੇ ਉਹ ਭਲਾ ਕਰਦਾ ਹੈ ਜੀ। ਜਗਤ ਬਿਖਾਰੀ ਫਿਰਤ ਹੈ, ਸਭ ਕੋ ਦਾਤਾ ਨਾਮ। ਉਹ ਬੜੇ ਪਿਆਰੇ ਬੋਲ ਨੇ। ਚਲੋ ਬਹੁਤ ਸ਼ਬਦ ਆਏ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰੱਬ ਦਾਤਾ ਹੈ ਤੇ ਅਸੀਂ ਮੰਗਦੇ ਹਾਂ। ਇਹ ਵੀ ਰੱਬ ਦਾਤਾ ਅਸੀਂ ਹੈ ਮੰਗਦੇ ਹਾਂ, ਪਰ ਰੱਬ ਨੇ ਕਦੇ ਮੰਗਤੇ ਹੋਣ ਦਾ ਸਾਨੂੰ ਸਾਹਸ ਨਹੀਂ ਦਿੱਤਾ ਹੈ। ਦਾਤਾ ਦੇ ਸਾਰੇ ਸਾਨੂੰ ਰੱਬ ਤੋਂ ਹੀ ਮਿਲੀਆਂ ਹੈ, ਪਰ ਰੱਬ ਸਾਨੂੰ ਮੰਗਤੇ ਹੋਣ ਦਾ ਨਹੀਂ ਸਾਹਸ ਜਤਾਉਂਦਾ ਹੈ। ਮਹਾਰਾਜ ਕਹਿੰਦੇ ਜਦੋਂ ਦਾਤਾ ਹੀ ਰਾਮ ਹੈ, ਜਗਤ ਭਿਖਾਰੀ ਫਿਰਤੇ ਸਭ ਕੋ ਦਾਤਾ ਰਾਮ, ਫਿਰ ਦਾਤੇ ਰਾਮ ਤੋਂ ਕਿਉਂ ਨਹੀਂ ਲੋਕ ਮੰਗਦੇ? ਭਿਖਾਰੀਆਂ ਦੀ ਤਰ੍ਹਾਂ ਬੰਦਿਆਂ ਤੋਂ ਕਿਉਂ ਮੰਗਦੇ ਫਿਰਦੇ ਆ? ਅਸਲੇ ਦਾ ਅਰਥ ਇਹ ਹੈ ਸ਼ਲੋਕ ਦਾ ਵੀ ਜਦੋਂ ਸਭ ਕੋ ਦਾਤਾ ਰਾਮ ਹੈ, ਦੂਸਰ ਨਾਹੀਂ ਕੋਈ। ਇਹਦੇ ਬਾਰੇ ਨੇ ਕਿਹਾ ਜਗਤ ਭਿਖਾਰੀ ਫਿਰਤੇ ਹੈ ਸਭ ਕੋ ਦਾਤਾ ਰਾਮ। ਜਦੋਂ ਸਭ ਕੋ ਦਾਤਾ ਰਾਮ ਹੀ ਸਭ ਕੋ ਦਾਤਾ ਦੇਣ ਵਾਲਾ, ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਫਿਰ ਜਗਤ ਭਿਖਾਰੀ ਫਿਰਤੇ, ਜਗਤ ਭਿਖਾਰੀ ਬਣ ਕੇ ਮੰਗਦਿਆਂ ਤੋਂ ਕਿਉਂ ਮੰਗਦਾ ਫਿਰਦਾ ਹੈ? ਜੋ ਦੇਣ ਵਾਲਾ ਤੇ ਰੱਬ ਹੀ ਹੈ, ਫਿਰ ਤੇ ਬੰਦਿਆਂ ਤੋਂ ਨਹੀਂ ਮੰਗਣਾ ਚਾਹੀਦਾ। ਮੰਗਣ ਵਾਲੇ ਨੂੰ ਕਦੇ ਮਾਨ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਾਂਗਤ ਮਾਣ ਨਾ ਪਾਇਆ, ਪਰ ਮਨੁੱਖ ਫਿਰ ਵੀ ਮੰਗਦਾ। ਭਗਤ ਧੰਨਾ ਜੀ ਦੇ ਬਾਰੇ ਦਾਸ ਨੇ ਬਹੁਤ ਵਾਰੀ ਗੱਲ ਕੀਤੀ, ਉਹਨਾਂ ਨੇ ਮੰਗਿਆ ਪਤਾ ਕਿੰਨਾ ਕੁ ਹੈ? ਅੱਜ ਦੇ ਗੁਜ਼ਾਰੇ ਜੋਗਾ। ਦੋਏ ਸਿਰ ਮੰਗੋ ਚੂਨਾ ਪਾਓ, ਘੀਓ ਸੰਗ ਟੂਨਾ ਪਾਈਆ ਮੰਜੀ ਮੰਗੀ ਤਰਾਈ ਰਜਾਈ ਚਾਹੀਦੀ ਹੈ ਜੀ। ਉਹ ਸਾਰਾ ਕੁਝ ਕਿੰਨਾ ਲੋੜ ਕਿੰਨੀ ਕੁ ਵੀ ਮੈਨੂੰ ਚਾਹੀਦਾ ਹੈ ਸਮਾਨ, ਇਹ ਮੰਗ ਲੈਣਾ ਚਾਹੀਦਾ ਜਿਹੜਾ ਚਾਹੀਦਾ ਹੈ। ਤੇ ਜੇ ਕੋਲ ਹੋਣ ਦੇ ਬਾਵਜੂਦ ਹੋਰ ਮੰਗੀਏ ਨਾ, ਉਹ ਤ੍ਰਿਸ਼ਨਾ ਹੈ, ਉਹ ਤ੍ਰਿਸ਼ਨਾ ਹੈ। ਮੇਰੀ ਜੇਬ, ਮੈਂ ਪਾਲੂ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਕਰਾਇਆ ਹੈ, ਮੇਰੀ ਜੇਬ ਵਿੱਚ ਕਿੰਨਾ 100 ਰੁਪਈਆ ਜਾਣ ਤੇ 100 ਰੁਪਈਆ ਆਉਣ ਲੱਗਦਾ, 100-125 ਰੁਪਈਆ ਕਦੇ ਬੱਸ ਤੇ ਗਏ ਨਹੀਂ, ਵੈਸੇ ਕਲੀਅਰ ਪਤਾ ਨਹੀਂ ਕਿੰਨੇ ਲੱਗਦਾ। ਤੇ ਜੇ ਜੇਬ 'ਚ ਪੈਸੇ ਹੈਗੇ ਨੇ ਦਰਸ਼ਨ ਕਰਕੇ ਆਖਦਾ, ਫਿਰ ਵੀ ਉਹ ਮੰਗਦਾ ਹੈ ਕਿਸੇ ਨੂੰ। ਇਹ ਤ੍ਰਿਸ਼ਨਾ ਹੈ। ਕਦੇ ਹੈ ਆਟਾ ਫਿਰ ਵੀ ਮੰਗ ਕੇ ਕਿਸੇ ਦੇ ਘਰੋਂ ਖਾਂਦਾ ਹੈ ਤੇ ਫਿਰ ਦੀ ਗੱਲ ਠੀਕ ਨਹੀਂ। ਜੇ ਨਹੀਂ ਹੈ ਫਿਰ ਮੰਗ ਲੈਣਾ ਚਾਹੀਦਾ, ਫਿਰ ਡਰ ਕੋਈ ਨਹੀਂ ਹੈ। ਮੰਨ ਲਓ ਮੇਰੇ ਘਰੇ ਆਟਾ ਹੀ ਪੱਟੀ 'ਚ ਭੁੱਖਾ ਬੈਠਾ ਹੈ, ਮੰਗ ਲੈਣਾ ਚਾਹੀਦਾ ਹੈ ਆ। ਤੇ ਜੇ ਹੋਰ ਮੰਗਦਾ ਤਾਂ ਪੱਟੀ ਭਰੀ ਨਹੀਂ ਹੈ, ਅੱਜ ਦਾ ਹੀ ਹੈ, ਤੇ ਫਿਰ ਇਹ ਤ੍ਰਿਸ਼ਨਾ ਹੈ। ਪੰਛੀਆਂ ਦੀ ਗੱਲ ਕੀਤੀ ਦਾਸ ਨੇ, ਉਹ ਪੰਛੀ ਆਲਣੇ 'ਚ ਕਦੇ ਨਾਜ ਨਹੀਂ ਤੋੜਦੇ ਹੈ, ਨਾ ਹੀ ਉਹ ਪੈਸੇ ਇਕੱਠੇ ਕਰਕੇ ਰੱਖਦੇ। ਬਿਮਾਰ ਉਹ ਵੀ ਹੁੰਦੇ ਆ, ਭੁੱਖ ਉਹਨਾਂ ਨੂੰ ਵੀ ਲੱਗਦੀ ਹੈ। ਮਰਦ ਕਹਿੰਦੇ ਕਿ ਉਹ ਭਿਖਾਰੀ ਦੀ ਤਰ੍ਹਾਂ ਸੰਸਾਰ ਬਣ ਗਿਆ, ਸਭ ਭਿਖਾਰੀ ਬਣਾਇਆ ਵੀ ਜਾਂਦਾ ਹੈ। ਸਰਕਾਰਾਂ ਪਤਾ ਕੀ ਕਰਦੇ? ਕਹਿੰਦੇ ਜੀ ਤੁਹਾਡੇ ਘਰਾਂ 'ਚ ਨਾਜ ਪਹੁੰਚਾ ਦਿਆਂਗੇ। ਉਹ ਨਾਜ ਛੱਡਣ ਆਉਂਦੇ, ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ, ਉਹ ਸਾਜ਼ ਕਰਾਉਂਦੇ ਨੇ, ਅਸੀਂ ਦਾਦੇ ਆ, ਫੋਟੋ ਵਾਲਾ ਦਾਦਾ ਜੋ ਤੁਸੀਂ ਮੰਗਦੇ ਜੇ ਤੁਹਾਡੇ ਕੋਲ ਜਿਹੜੇ ਨਹੀਂ ਆਏ, ਅਸੀਂ ਮੰਗਤੇ ਨਹੀਂ ਬਣਨਾ, ਭਿਖਾਰੀ ਨਹੀਂ ਬਣਨਾ, ਇਹਨਾਂ ਦੇ ਭਿਖਾਰੀ ਨਹੀਂ ਬਣਨਾ। ਹਾਂ, ਰੱਬ ਦੇ ਤੇ ਅਸੀਂ ਭਿਖਾਰੀ ਹੈ ਹੀ ਹੈ, ਫਿਰ ਮੰਗੀ ਉਹਦੇ ਤੋਂ ਜਿਹੜਾ ਰੱਬ ਹੈ, ਫਿਰ ਇਹਨਾਂ ਤੋਂ ਕਿਉਂ ਮੰਗੀ ਜਿਹੜੇ ਆਪ ਮੰਗਦੇ। ਅਹਿਸਾਸ ਸਾਹਿਬ ਇੱਕ ਨਾ ਫਕੀਰ, ਉਹ ਕਿਤੇ ਕੋਈ ਰਾਜਾ ਸੀ ਕਿ ਉਹ ਮੰਗਤਿਆਂ ਨੂੰ ਰੋਜ਼ ਨਾ ਸਵੇਰੇ ਉੱਠ ਕੇ ਦਾਨ ਦਿੰਦੇ, ਉੱਠ ਕੇ
ਉਹ ਰਾਜਾ ਨਿਕਲਿਆ ਬਾਹਰ ਤੇ ਲਾਈਨ ਤੋਂ ਬੈਠੇ ਦੇ ਉੱਤੇ ਕੁਦਰਤੀ ਫਕੀਰ ਵੀ ਬਹਿ ਗਿਆ, ਭਗਵਾਨ ਕੋਲ ਤੁਰਿਆ ਜਾਂਦਾ ਵੈਸੇ ਹੀ ਬਹਿ ਗਿਆ। ਰਾਜਾ ਨਿਕਲਿਆ, ਉਹਨੇ ਕੁਝ ਨਾ ਕੁਝ ਦਿੱਤਾ ਤੇ ਉਹ ਫਕੀਰ ਵੀ ਬੈਠਾ ਹੈ। ਫਕੀਰ ਦੀ ਝੋਲੀ 'ਚ ਵੀ ਸੁੱਟ ਦੇ, ਦੂਸਰਿਆਂ ਨੂੰ ਉੱਠ ਕੇ ਸਲਾਮ ਕੀਤੀ, ਮੱਥਾ ਟੇਕਿਆ। ਫਕੀਰ ਬੇਪਰਵਾਹ, ਉਹਨੇ ਝੋਲੀ 'ਚ ਫਕੀਰ ਦੀ 'ਚ ਵੀ ਪਾਇਆ ਕੁਝ, ਫਕੀਰ ਬੇਪਰਵਾਹ ਬੈਠਾ। ਉਹ ਰਾਜੇ ਨੂੰ ਹੁਣ ਇਸ ਗੱਲ ਦਾ ਗੁੱਸਾ ਲੱਗਾ ਵੀ ਸਾਰਿਆਂ ਨੇ ਸਲਾਮ ਕੀਤੀ, ਇਹਨੇ ਸਲਾਮ ਨਹੀਂ ਕੀਤੀ। ਕਹਿੰਦਾ ਜੀ ਤੂੰ ਨਹੀਂ ਸਲਾਮ ਕੀਤੀ, ਫਕੀਰ ਨੂੰ ਕਹਿੰਦਾ। ਕਹਿੰਦਾ ਤੈਨੂੰ ਕੀਤੀ ਸਲਾਮ ਮੈਨੂੰ ਮੰਗਤਾ ਜਾਂ ਸਾਬਤ ਕਰਨੀ ਹੈ। ਤੈਨੂੰ ਸਲਾਮ ਕਰਾਂ ਫਿਰ ਤਾਂ ਤੇਰਾ ਮੰਗਤਾ ਹੈ ਮੈਂ। ਤੇ ਕਹਿੰਦੇ ਮੰਗਣ ਹੀ ਗਿਆ। ਕਹਿੰਦਾ ਨਹੀਂ ਮੈਂ ਤੇਰੇ ਤੋਂ ਕੁਝ ਨਹੀਂ ਮੰਗਿਆ, ਨਾ ਮੈਂ ਮੰਗਿਆ ਨਾ ਤੈਨੂੰ ਸਲਾਮ ਕਰਨੀ। ਮੇਰੀ ਤੇ ਸਲਾਮ ਇੱਕੋ ਪਰਮਾਤਮਾ ਦੇ ਅੱਗੇ, ਮੈਂ ਉਹਦੇ ਦਰ ਦਾ ਮੰਗਦਾ, ਤੇਰੇ ਮੈਂ ਕੋਈ ਮੰਗਤਿਆਂ ਦਾ ਮੰਗਦਾ ਨਹੀਂ ਹਾਂ। ਕ੍ਰਾਂਤੀ ਕਰਨ ਬੜਾ ਅਸੀਂ ਮੰਗਤਿਆਂ ਦੇ ਮੰਗਤੇ ਨਹੀਂ ਮੰਗਦਾ, ਉਹ ਦਾਤੇ ਦੇ ਅਸੀਂ ਮੰਗਦੇ ਹੀ। ਬਹੁਤ ਸ਼ਬਦ ਹੈ ਮਹਾਰਾਜ ਦੇ ਬਚਨ ਨੇ, ਕੋਟ ਬ੍ਰਹਮਾਂਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ। ਉਹ ਜਿਹੜਾ ਕੋਟ ਬ੍ਰਹਮੰਡਾਂ ਦਾ ਮਾਲਕ ਹੈ, ਉਹ ਸਾਰੇ ਜੀਆਂ ਦਾ ਦਾਤਾ ਹੈ। ਨਿਤ ਪ੍ਰਤਿਪਾਲੈ ਸਾਰ ਸੰਭਾਲੈ, ਨਿਤ ਪ੍ਰਤਿਪਾਲਨਾ ਕਰਦਾ, ਸਾਡੀ ਸਾਰ ਖਬਰ ਲੈਂਦਾ। ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਅਰਾਧਨਾ, ਜਾਤਾ ਰੇ ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਉਹ ਦਾਤਾ ਹੈ, ਪ੍ਰਤਿਪਾਲਨਾ ਕਰਦਾ ਸਾਡੀ, ਉਹ ਸਾਡੀ ਖਬਰ ਸਾਰ ਲੈਂਦਾ। ਉਹਨੇ ਸਾਨੂੰ ਪੈਦਾ ਕੀਤਾ, ਉਹਨੇ ਸਾਨੂੰ ਦੇਣਾ ਹੈ, ਇਹ ਉਹਦੀ ਜ਼ਿੰਮੇਵਾਰੀ ਹੈ। ਪਰ ਫਿਰ ਵੀ ਅਸੀਂ ਮੰਗੀਏ ਕਿ ਇੱਕ ਦਾਤ ਨੂੰ ਛੱਡ ਕੇ ਹੋਰਨਾਂ ਦਰਾਂ ਤੇ ਜਾ ਕੇ ਮਰਜ਼ ਕਹਿੰਦੇ ਜੇ ਮੰਗਣਾ ਹੈ ਕਿ ਉਹਦੇ ਕੋਲ ਇੱਕ ਚੀਜ਼ ਮੰਗ ਜਿਹੜੀ ਤੇਰੇ ਨਾਲ ਜਾ, ਉਹ ਨਾਮ ਹੈ। ਬਹੁਤ ਸ਼ਬਦ ਆਏ, ਵੇਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਭੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ। ਉਹ ਮੰਗਿਆ ਗਿਆ ਵੀ ਨਾਮ ਦੇ ਦੇ, ਵੀ ਭੁੱਖ ਉਤਰਦੇ ਤੇਰੇ ਮੰਗਦਿਆਂ ਤੋਂ ਨਾਮ ਮੰਗਾ, ਤੂੰ ਹੀ ਨਾਮ ਦੀ ਦਾਤ, ਤੂੰ ਸੰਤੋਖ ਹੀ ਦੇ ਦੇ। ਜਾਂ ਜਾਚਕ ਮੰਗੇ ਨਾਮ ਸਾਹਿਬ ਕਰੇ ਕਬੂਲ। ਜਦੋਂ ਜਾਚਕ ਨਾਮ ਦੀ ਮੰਗ ਕਰਦਾ ਨਾ, ਉਹ ਸਾਹਿਬ ਕਬੂਲ ਵੀ ਕਰ ਲੈਂਦਾ। ਉਹ ਦਾਸ ਮੰਗੋ ਦਾਨ ਠਾਕੁਰ ਨਾਮ ਮੰਗਤਾ ਬਣ ਕੇ, ਮੈਂ ਨਾਮ ਠਾਕੁਰ ਤੋਂ ਮਾਲਕ ਨੂੰ ਮੰਗਦਾ। ਜਾਂ ਹੱਬ ਭੀਖ ਭਿਖਾਰੀ ਦੇ ਦੇ, ਤੂੰ ਨਿਜ ਪਦ ਹੈ ਦਾਤਾ। ਸ਼ਬਦ ਬਹੁਤ ਵਾਰੀ ਪੜਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਖਾਦੇ। ਭਿਖਾਰੀ ਜੀਓ ਮੈਂ ਕਿਆ ਮੰਗੂ ਕਿਛ ਖੇਰਨਾ ਦਹਾਈ, ਹਰ ਲੀਜੈ ਨਾਮ ਪਿਆਰੀ ਜੀ। ਆਓ ਜੀ ਇੱਕ ਪੰਕਤੀ ਗਾਈਏ। ਵੇਣ ਤੋਂ ਦੋਹੋਜ ਜੇ ਮੰਗਣਾ, ਵੇਣ ਤੋਂ ਦੋਹੋਜ ਜੇ ਮੰਗਣਾ, ਵੇਣ ਤੁਧ ਹੋਰ ਜੇ ਮੰਗਣਾ, ਵੇਣ ਤੁਧ ਹੋਰ ਜੇ ਮੰਗਣਾ। ਸਿਰ ਦੁੱਖਾਂ ਤੇ ਦੁੱਖ, ਸਿਰ ਦੁੱਖਾਂ ਤੇ ਦੁੱਖ, ਸਿਰ ਦੁਖਾਂ ਕੇ ਦੁਖ, ਸਿਰ ਦੁਖਾਂ ਕੇ ਦੁਖ। ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਤੇਰੇ ਨਾਮ ਸੰਤੋਖੀਆ, ਤੇਰੇ ਨਾਮ ਸੰਤੋਖੀਆ। ਉਤਰੇ ਮਨ ਕੀ ਭੁੱਖ, ਉਤਰੇ ਮਨ ਕੀ ਭੁੱਖ, ਉਤਰੇ ਮਨ ਕੀ ਭੁੱਖ, ਉਤਰੇ ਮਨ ਕੀ ਭੁੱਖ। ਮਹਾਰਾਜ ਮੈਨੂੰ ਨਾਮ ਦਿਓ, ਸੰਤੋਖ ਆ ਜਾਏ, ਕੋਈ ਭੁੱਖ ਦੂਰ ਹੋ ਜਾਏ। ਰੱਬ ਤੇ ਗੁਰੂ ਕਿਸੇ ਮੰਗ ਦਾ ਅਹਿਸਾਸ ਨਹੀਂ ਕਰਵਾਉਂਦਾ। ਸਾਡੇ ਕੋਲ ਬਹੁਤ ਇਸ ਵਿਸ਼ੇ ਤੇ ਇਤਿਹਾਸ ਹੋਇਆ ਹੈ ਵੀ ਲਾਹੌਰ ਦੇ ਅੰਦਰ ਨਾ ਕਾਲ ਪੈ ਜਾਂਦਾ ਹੈ। ਇੱਕ ਵਾਰੀ ਪੰਜਵੇਂ ਪਾਤਸ਼ਾਹ ਦੇ ਸਾਹਮਣੇ, ਇੱਕ ਵਾਰੀ ਸੱਤਵੇਂ ਪਾਤਸ਼ਾਹ ਦੇ ਸਾਹਮਣੇ ਹੋਇਆ। ਗੁਰੂ ਅਰਜਨ ਮਹਾਰਾਜ ਦੇ ਸਾਹਮਣੇ, ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੰਦਾ, ਜਿਨ੍ਹਾਂ ਦੀ ਕੋਈ ਸਾਰ ਖਬਰ ਨਹੀਂ ਲੈਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਆਪਣੇ ਬੇਟੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 5.5 ਸਾਲ ਦੀ ਉਮਰ ਸੀ, ਨਾਲ ਲੈ ਕੇ ਇਹਨਾਂ ਮਰੀਜ਼ਾਂ ਨੂੰ ਦਵਾਈ ਦੇਣ ਵਾਸਤੇ ਜਾਂਦੇ ਆ। ਜਿੰਨਾ ਵੀ ਅਨਾਜ ਹਰਿਮੰਦਰ ਸਾਹਿਬ ਸੀ ਨਾ, ਮਹਾਰਾਜ ਨੇ ਕੱਢਿਆ ਤੇ ਕੱਢਿਆ ਸੀ। ਇਹਦਾ ਮਤਲਬ ਹੈ ਗੁਰੂ ਸਾਹਿਬ ਨਾਲ ਜੁੜੇ ਹੈ ਨਾ, ਜੇ ਜੁੜੇ ਮਹਾਰਾਜ ਦੇ ਜਿਹੜਾ ਨਹੀਂ ਵੀ ਜੁੜਿਆ, ਉਹਦੇ ਮੂੰਹ 'ਚ ਵੀ ਮੁਰਗੀਆਂ ਪਾਉਂਦੇ ਰਹੇ ਜਾ ਰਹੇ ਆ। ਤੇ ਜੇ ਜੁੜੇ ਆ ਫਿਰ ਤੋਂ ਮੰਗਣ ਦੀ ਕੀ ਲੋੜ ਹੈ? ਫਿਰ ਤੇ ਗੁਰੂ ਸਾਹਿਬ ਨੂੰ ਫਿਕਰ ਹੈ ਨਹੀਂ, ਇਹਨਾਂ ਨੂੰ ਕੁਛ ਨਹੀਂ। ਫਿਰ ਤੇ ਮਹਾਰਾਜ ਦਵਾਈਆਂ ਦੀਆਂ
ਪੱਟਾ ਬੰਨ੍ਹ ਕੇ ਤੇ ਨਾਜ ਦੇ ਗੱਡੇ ਲੱਦ ਕੇ ਵੀ ਸਾਡੇ ਘਰਾਂ ਤੱਕ ਲੈ ਆਉਂਦਾ ਹੈ। ਔਰ ਸਾਸ ਵੀ ਨਹੀਂ ਕਰਾਉਂਦਾ ਵੀ ਤੁਸੀਂ ਮੰਗਦੇ ਹੋ ਤੇ ਮੈਂ ਨਾ ਦਾਂ। ਉਹ ਸਾਸ ਉੱਥੇ ਮਰੀਜ਼ਾਂ ਦੇ ਮੂੰਹ 'ਚ ਦਵਾਈ ਪਾਈ ਗੁਰੂ ਸਾਹਿਬ ਨੇ ਤੇ ਲੋਕਾਂ ਦੇ ਮੂੰਹ 'ਚ ਗਰਾਈਆਂ ਪਾਈਆਂ ਜਿਹੜੇ ਭੁੱਖ ਨਾਲ ਮਰ ਰਹੇ ਸਨ। ਕਾਲ ਪਿਆ ਹੋਇਆ, ਕਾਲ ਪੈ ਗਿਆ ਜਿੱਥੇ ਭੁੱਖੇ ਉੱਥੇ ਭੁੱਖ 'ਚੋਂ ਫਿਰ ਬਿਮਾਰੀ ਨਹੀਂ ਪੈਦਾ ਹੁੰਦੀ। ਕਾਲ ਪੈ ਗਿਆ, ਲੋਕ ਮਰਨ ਲੱਗੇ ਤੇ ਮਹਾਰਾਜ ਆਪ ਉਹਦਾ ਮੂੰਹ ਅੱਡਦੇ ਮਰੀਜ਼ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ ਕਹਿੰਦੇ ਦਵਾਈ ਦਾ ਬੂੰਦਾ ਪਾਇਆ ਦੇ ਮੂੰਹ 'ਚ। ਤੇ ਬੱਚਾ ਨਿੱਕਾ ਸੀ ਤੇ ਲੋਕ ਚੇਚਕ ਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਹੋ ਗਿਆ। ਮਰੀਜ਼ਾਂ ਦਾ ਇਲਾਜ ਕਰਦਿਆਂ ਇਹੋ ਜਿਹਾ ਦਾਤਾ ਕੋਈ ਨਹੀਂ ਜੋ ਤੁਹਾਨੂੰ ਮਿਲੇਗਾ। ਤੁਹਾਨੂੰ ਜੇ ਕੋਈ ਵੰਡਦਾ ਵੀ ਹੈ ਨਾ ਤੇ ਉਹ ਬੜੀ ਨਫ਼ਰਤ ਕਰਦਾ ਹੈ ਗਰੀਬਾਂ ਨਾਲ। ਆਪਣਾ ਮੂੰਹ ਬੰਨਿਆ ਹੋਏਗਾ, ਹੱਥਾਂ ਦੇ ਗਲਾਫ 'ਤੇ ਚੜਾਏ ਹੋਣਗੇ ਤੇ ਦੂਰੋਂ ਹੀ ਸੁੱਟਦਾ ਹੈ। ਸਾਡਾ ਗੁਰੂ ਤੇ ਪਹਿਲਾਂ ਮੁੱਕਲ 'ਚ ਲੈਂਦਾ ਤੇ ਕੁਝ ਦਵਾਈ ਬਾਅਦ 'ਚ ਪਾਉਂਦਾ। ਉਹ ਕਹਿੰਦਾ ਮੇਰੇ ਵੀ ਸਰੀਰ 'ਤੇ ਵੀ ਕੋਈ ਲੋੜ ਤੋਂ ਬਾਹਰ ਨਹੀਂ ਹੈ, ਇਹਨੂੰ ਤੰਦਰੁਸਤੀ ਮਿਲਣੀ ਚਾਹੀਦੀ। ਮਹਾਰਾਜ ਨੇ ਗਰਾਈਆਂ ਲੋਕਾਂ ਦੇ ਕੋਲ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਮਾਤਾ ਕਰਤਾ ਜੀ ਨਗਰ ਤਿਆਰ ਕਰਦੇ ਰਹੇ, ਜਿੱਥੇ ਲੋੜ ਸੀ ਆਪ ਨਗਰ ਪਹੁੰਚਾਉਂਦੇ ਰਹੇ ਉੱਥੇ। ਔਰ ਉਹ ਵੀ ਨਹੀਂ ਵੀ ਜਿਹੜੇ ਜੁੜੇ ਸਨ ਇੱਧਰ ਗੁਰੂ ਘਰ ਦੇ ਨਾਲ, ਭਾਵੇਂ ਜਿਸ ਧਰਮ ਨੂੰ ਮਰਜ਼ੀ ਮੰਨਦੇ ਹਨ, ਮਹਾਰਾਜ ਨੇ ਉਹਨਾਂ ਦੀ ਲੋੜ ਪੂਰੀ ਕੀਤੀ ਹੈ। ਔਰ ਇਹ ਵੀ ਨਹੀਂ ਜਿਤਾਇਆ ਵੀ ਅਸੀਂ ਤੁਹਾਨੂੰ ਕੁਝ ਦੇ ਰਹੇ ਹਾਂ। ਉਹਨਾਂ ਦੀਆਂ ਲਾਸ਼ਾਂ ਤੱਕ ਮਹਾਰਾਜ ਨੇ ਗੋਡਿਆਂ ਤੇ ਹੋਈਆਂ ਜਿਹੜੇ ਚੜ੍ਹਾਈ ਕਰ ਗਏ ਸਨ। ਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਦੱਬਦਾ ਧਰਤੀ, ਜਿਹੜੇ ਹਿੰਦੂ ਵੀਰ ਸਨ ਉਹਨਾਂ ਦੇ ਸੰਸਕਾਰ ਕੀਤੇ। ਜਿਹਨੂੰ ਦਵਾਈ ਦੀ ਲੋੜ ਦਵਾਈ ਪਹੁੰਚਾਈ, ਜਿਹਨੂੰ ਹੋਰ ਕਿਸੇ ਚੀਜ਼ ਦੀ ਅਨਾਜ ਦੀ ਲੋੜ ਉਹਨਾਂ ਦੇ ਘਰਾਂ 'ਚ ਅਨਾਜ ਵੀ ਭਰਿਆ ਨਾਲ। ਔਰ ਜੇ ਜੁੜੇ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਤੂੰ ਚਿੰਤਾ ਛੱਡ। ਉਹ ਜਿਹੜਾ ਰੱਬ ਤੇ ਗੁਰੂ ਹੈ ਨਾ, ਉਹ ਸਾਰਿਆਂ ਨੂੰ ਫਿਕਰ ਕਰਨ ਵਾਲਾ, ਉਹ ਸਾਰਿਆਂ ਨੂੰ ਫਿਕਰ ਕਰਨ ਵਾਲਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਲ ਗਣੀ ਮਨ ਗਾਣੇ ਪਾਸ ਪਸ਼ੂ ਨਾਗ ਰਾਤੋ। ਕਹਿੰਦੇ ਭਾਵੇਂ ਉਹ ਪਸ਼ੂ ਪੰਛੀ ਜੋ ਵੀ ਉਹਨੇ ਜੀਵ ਪੈਦਾ ਕੀਤਾ ਹੈ, ਉਹਨੇ ਚਿੱਤਾ ਸਰਬ ਸਾਮੇ ਸਭ ਕੋ ਪ੍ਰਕਾਰ। ਔਰ ਸਾਰੇ ਹਰੇਕ ਸਮੇਂ ਭਾਵੇਂ ਦਿਨ ਰਾਤ ਹੈ, ਉਹ ਸਾਰਿਆਂ ਦੀ ਸੁਭਾਅ ਨੂੰ ਫਿਕਰ ਹੈ। ਮਾਂ ਪਿਓ ਨੂੰ ਫਿਕਰ ਤਾਂ ਬੱਚਾ ਘਰੇ ਨਹੀਂ ਭੁੱਖਾ ਸੌਂ ਗਿਆ, ਰੱਬ ਨੂੰ ਫਿਕਰ ਹੈ ਕੁਝ ਮਿਲਿਆ ਨਹੀਂ ਹੈ, ਉਹ ਫਿਰ ਪ੍ਰਬੰਧ ਕਰਦੇ ਕੁਝ ਨਾ ਕੁਝ ਦਿੰਦਾ ਹੈ। ਜਿੱਥੇ ਵੀ ਜੀਵ ਰਹਿੰਦੇ ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਕਰਦਾ ਹੈ, ਉਹਨੂੰ ਫਿਕਰ ਹੈ ਇਹ ਮੇਰੇ ਪੈਦਾ ਕੀਤੇ ਹੋਏ ਹੈ। ਔਰ ਉਹਦਾ ਫਰਜ਼ ਵੀ ਹੈ ਕਿ ਇਹਨਾਂ ਨੂੰ ਦੇਣਾ। ਗੁਰੂ ਤੇ ਰੱਬ ਸਭ ਵਾਸਤੇ ਉਹ ਚਿੰਤਾ ਚ ਵੀ ਇਹਦਾ ਕੋਈ ਆ ਨਹੀਂ, ਉਹ ਫਿਰ ਬਖਸ਼ਿਸ਼ ਵਰਤਾਉਂਦਾ ਹੈ। ਤੇ ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਫੋਲੋ ਕੀਤਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਆਪ ਜੀ ਸਾਦੇ ਗੱਲਾਂ ਕਰਦੇ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਤੇ ਉਹਨਾਂ ਦੇ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਰਾਤ ਨੂੰ ਭੇਸ ਬਦਲ ਕੇ ਰਹਿੰਦੇ ਹਨ ਵੀ ਕੋਈ ਭੁੱਖਾ ਤੇ ਨਹੀਂ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਤੇ ਨਹੀਂ। ਕਾਲ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਉਹਨਾਂ ਨੇ ਆਪਣਾ ਭੰਡਾਰ ਖੋਲ੍ਹ ਦਿੱਤੇ, ਪਰ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਲਿਜਾ ਸਕਦਾ। ਇੱਕ ਬਜ਼ੁਰਗ ਆਇਆ, ਪਰਿਵਾਰ ਵੱਡਾ ਹੈ, ਉਹਨੇ ਪੱਟ ਬੰਨ੍ਹੀ ਹੈ ਬਜ਼ੁਰਗ ਨੇ, ਉਹ ਪੱਟ ਚੁੱਕੀ ਨਹੀਂ ਜਾਂਦੀ। ਉਹ ਪਰਿਵਾਰ ਹੈ ਵੀ ਚਲੋ ਨਾਜ ਲੈ ਕੇ ਜਾਣਾ ਹੈ ਤੇ ਕੋਈ 10 ਦਿਨ ਪਰਿਵਾਰ ਦਾ ਗੁਜ਼ਾਰਾ ਹੋਏਗਾ। ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਵੀ ਤੇ ਉਹ ਪੱਟ ਚੁੱਕੀ ਨਹੀਂ ਜਾਂਦੀ, ਤੇ ਉਹਨਾਂ ਨੇ ਇੱਕ ਖੇਸ ਦੀ ਮੁਕਲ ਪਾ ਲਈ ਮਹਾਰਾਜਾ ਰਣਜੀਤ ਸਿੰਘ ਤੇ ਉਹ ਪੱਟ ਚੁਕਾਉਣ ਲੱਗੇ ਬਜ਼ੁਰਗ ਨੂੰ, ਤੇ ਪੱਟ ਭਾਰੀ ਸੀ ਤੇ ਇਹ ਵੀ ਨਹੀਂ ਗੱਲ ਕਹੀ ਬਾਪੂ ਤੂੰ ਥੋੜੇ ਲੈ ਜਾ। ਇਹ ਤੇ ਫਿਰ ਹੋਰ ਪਾਸੇ ਨੂੰ ਗੱਲ ਕਹਿੰਦੇ ਜੀ ਲੋੜ ਹੋਏਗੀ। ਇੱਕ ਹੁੰਦਾ ਵੀ ਦੇਣ ਵਾਲਾ ਵੀ ਕਈ ਵਾਰੀ ਪਤਾ ਇਹੋ ਜਿਹਾ, ਰੱਬ ਜਦੋਂ ਦਾਤਾ ਦਿੰਦਾ ਹੈ ਨਾ, ਉਹ ਮੇਨ ਤੋੜ ਕੇ ਨਹੀਂ ਜੇ ਦਿੰਦਾ। ਬਚਨ ਰੋਜ਼ ਆਪ ਦੀ ਪੜ੍ਹਦੇ ਹੋ, ਜੇਵੜ ਆਪ ਤੇਵੜ ਤੇਰੀ ਦਾਲ ਦੁਕਾਨ ਤੇ ਜਾਇਓ। ਉਹ ਜਦੋਂ ਖੰਡ ਤੇ ਦਾਲ ਵੀ ਕਰੋਗੇ ਨਾ, 2 ਦਾਣੇ ਦੀ ਚੁਟਕੀ ਭਰ ਕੇ ਵਿੱਚੋਂ ਕੱਢ ਲੈਂਦੇ, ਕਹਿੰਦੇ ਉਹ ਕੰਡੇ 'ਚ ਉੱਪਰ ਜਾ ਰਿਹਾ। ਰੱਬ ਇਸ ਤਰ੍ਹਾਂ ਨਹੀਂ ਕਰਦਾ, ਜਦੋਂ ਉਹ ਪੱਡਾ ਬੰਨ ਕੇ ਦਿੰਦਾ। ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਨਾ, ਉਹ ਬਖਸ਼ਿਸ਼ ਹੀ ਵਰਤਾਉਂਦਾ ਹੈ। ਉਹ ਬਰਤਨ ਨੂੰ ਨਹੀਂ ਵੇਖਦਾ ਕਿੱਦਾਂ, ਉਹਨੇ ਬਰਤਨ ਤੋਂ ਵੀ ਵੱਧ ਬਖਸ਼ਿਸ਼ ਕਰਦਾ ਹੈ। ਭਾਵਨਾ ਕਿੰਨੀ ਕੁ ਹੈ, ਕੋਈ ਆਪ ਦੇ ਮੰਗਦਾ ਉਹ ਦਾਤ ਬਹੁਤ ਵੱਡੀ ਦੇ ਦਿੰਦਾ, ਥੋੜੀ ਲੱਗਿਆ। ਜਦੋਂ ਪੰਡ ਮਹਾਰਾਜਾ ਰਣਜੀਤ ਸਿੰਘ ਜੀ ਚੁਕਾਉਣ ਲੱਗੇ, ਪੰਡ ਭਾਰੀ ਜੀ ਤੇ ਰੱਖਣੀ ਸੀ ਬਜ਼ੁਰਗ ਦੇ ਸਿਰ ਤੋਂ। ਮਹਾਰਾਜਾ ਰਣਜੀਤ ਸਿੰਘ ਨੇ ਪੰਜ ਚਬਾਨੀ ਇਹਨਾਂ ਨੇ ਕਿਹਾ ਪੰਡ ਭਾਰੀ ਬਜ਼ੁਰਗ ਤੰਗ ਹੋਏਗਾ, ਲਿਜਾਏ ਨੇ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬਾਪੂ ਸਾਡੇ ਸਿਰ ਤੇ ਰੱਖੋ।
ਨਹੀਂ ਸਕਦੀਆਂ। ਉਹ ਮਹਾਰਾਜ ਰਣਜੀਤ ਸਿੰਘ ਨੇ ਪੰਡ ਚੁੱਕੀ ਤੇ ਬਾਪੂ ਨਾਲ ਤੁਰਦਾ ਗਿਆ, ਜਿੱਥੇ ਬਾਪੂ ਨੇ ਕਿਹਾ ਜੀ ਤੇ ਸੁੱਟ ਦਿਓ, ਉਹ ਨਾਲ ਦੀ ਪੰਡ ਸੁੱਟ ਦਿੱਤੀ। ਜਦੋਂ ਵਾਪਸ ਮੁੜਨ ਲੱਗੇ ਬਜ਼ੁਰਗ ਕਹਿੰਦੇ ਜਵਾਨਾ ਬੜਾ ਪਰਉਪਕਾਰ ਕੀਤਾ ਮੇਰੇ ਤੇ, ਧੰਨਵਾਦ ਰਣਜੀਤ ਸਿੰਘ ਦਾ ਵੀ ਜਿਹਨੇ ਇਹ ਨਾਜ ਨੇ ਤੇ ਭੁੱਖਮਰੀ ਨਾਲ ਬੱਚੇ, ਬੜਾ ਔਖਾ ਹੈ। ਉਹ ਜਿਉਂਦਾ ਰਹੇ ਰਣਜੀਤ ਸਿੰਘ ਦਾ ਰਾਜ ਸਲਾਮਤ ਰਹੇ। ਔਰ ਜਵਾਨਾ ਤੂੰ ਵੀ ਬੜਾ ਪਰਉਪਕਾਰ ਕੀਤਾ ਮੇਰੇ ਤੇ ਵੀ ਪੰਡ ਚੁੱਕ ਕੇ ਗਿਆ ਤੇ ਬੜੀ ਹਿੰਮਤ ਮਾਰੀ ਤੇ ਦੱਸ ਤੇ ਜਾ ਤੇਰਾ ਨਾਮ ਕੀ ਹੈ, ਤੂੰ ਕੌਣ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਖੇਸ ਦੀ ਮੁਕਲ ਮਾਰੀ, ਥੱਲੇ ਕਲਗੀ ਵੀ ਨਿਕਲੀ। ਮਹਾਰਾਜਾ ਰਣਜੀਤ ਸਿੰਘ ਕਲਗੀ ਸਜਾਉਂਦੇ ਸਨ ਤੇ ਕਹਿੰਦੇ ਜੀ ਰਣਜੀਤ ਸਿਉਂ ਹੀ ਹੈ। ਉਹ ਬਜ਼ੁਰਗ ਦੀਆਂ ਅੱਖਾਂ ਭਾ ਲਈਆਂ, ਕਹਿੰਦੇ ਬਾਦਸ਼ਾਹ ਹੋਵੇ ਤੇ ਇਹੋ ਜਿਹਾ ਹੋਵੇ, ਇਹ ਰੱਬ ਵਾਲਾ ਗੁਣ ਹੈ, ਆਹ ਰੱਬ ਵਾਲਾ ਗੁਣ ਹੈ। ਉਹ ਦੱਸ ਨੇ ਇੱਕ ਵਾਰੀ ਅੱਗੇ ਬੇਨਤੀ ਕੀਤੀ ਸੀ, ਮਹਾਰਾਜ ਨਾ ਗੁਰੂ ਅਰਜਨ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦੇ ਸਨ। ਹਰਿਮੰਦਰ ਸਾਹਿਬ ਇੱਕ ਬਜ਼ੁਰਗ ਦਾ ਉਹ ਰਸਤ ਲੈ ਕੇ ਆਇਆ ਤੇ ਬਜ਼ੁਰਗ ਹੁਣ ਕਈ ਵਾਰੀ ਨਾ ਜਿਹੜਾ ਜਵਾਨੀ ਵੇਲੇ ਮਨੁੱਖ ਪਹਾੜ ਸਰ ਕਰ ਦਿੰਦੇ, ਬਜ਼ੁਰਗੀ ਆ ਜਾਏ ਤੇ ਕਿਲੋਮੀਟਰ ਸਵਾ ਕਿਲੋਮੀਟਰ ਬਣ ਜਾਂਦਾ। ਲਾਰੇ ਵਾਸਤੇ ਬਜ਼ੁਰਗ ਦੇ ਇੱਧਰ ਪੈਰ ਰੱਖਦਾ, ਇੱਕ ਪਾਸੇ ਨੂੰ ਦਲਦਾ ਲੋਕ ਬਜ਼ੁਰਗੀ ਉਹ ਪੰਡ ਜਥੇ ਨਾਲੋਂ ਵਿਛੜ ਗਿਆ ਤੇ ਖਾਲੀ ਅਰਦਾਸ ਕਰਦਾ ਗੁਰੂ ਸਾਹਿਬ ਦੀ ਕਾਰਜ ਤੇ ਤੁਹਾਡਾ ਹੀ ਸਰੀਰ ਨਹੀਂ ਤੇ ਸਾਥ ਦਿੰਦਾ। ਤੇ ਹੁਣ ਕਰੋ ਕਿਰਪਾ ਵੀ ਇਹ ਚਾਹੁਣਾ ਹੈ ਵੀ ਨਾਚ ਚਾਪ ਡਾਕੂ ਚੋਰ ਰਸਤੇ 'ਚ ਕਿਤੇ ਨਾ ਲੁੱਟ ਲੈਣੇ ਤੇ ਹਰਿਮੰਦਰ ਸਾਹਿਬ ਦੀ ਸੇਵਾ ਸੀ ਲੱਗਣਗੇ, ਆਪ ਜੀ ਕਿਰਪਾ ਕਰੋ। ਇਹ ਅਰਦਾਸ ਕਰਦਾ ਪਿੱਛੋਂ ਫਿਰ ਇੱਕ ਨੌਜਵਾਨ ਦਿਸਦਾ ਹੈ। ਉਹ ਨੌਜਵਾਨ ਕਹਿੰਦਾ ਬਾਪੂ ਜੀ ਇੱਥੇ ਰੁਕੇ ਹੋ, ਕੀ ਲੈ ਕੇ? ਕਹਿੰਦੇ ਜੀ ਗੁਰੂ ਅਰਜਨ ਸਾਹਿਬ ਦੀ ਸੇਵਾ ਕਰਵਾ ਰਹੇ ਨੇ, ਹਰਿਮੰਦਰ ਸਾਹਿਬ ਦੀ ਹੁਕਮਨਾਮਾ ਆਇਆ ਸੀ ਰਸਤ ਲੈ ਕੇ। ਉਹ ਬਜ਼ੁਰਗ ਹੈ, ਥੋੜੀ ਜਿਹੀ ਰਸਤ ਜ਼ਿਆਦੀ ਦੁਸਵੰਦ ਹੋਰ ਵੀ ਗੁਆਂਢੀਆਂ ਨੇ ਦੇ ਦਿੱਤਾ, ਜਾਇਆ ਨਹੀਂ ਕਰਦਾ। ਉਹ ਨੌਜਵਾਨ ਕਹਿੰਦਾ ਬਾਪੂ ਜੀ ਮੈਂ ਤੁਹਾਡੀ ਕੋਈ ਹੈਲਪ? ਕਹਿੰਦਾ ਬੇਟਾ ਹਾਂ ਚਲੋ ਥੋੜਾ ਜਿਹਾ ਤੁਸੀਂ ਮੈਨੂੰ ਰੈਸਟ ਦਿਵਾਓ ਵਿਸਾ। ਉਹ ਨੌਜਵਾਨ ਨੇ ਪੱਟ ਚੁੱਕ ਕੇ ਮੋਢੇ ਤੇ ਰੱਖ ਲਈ। ਉਹ ਬਜ਼ੁਰਗ ਦਾ ਹੱਥ ਪਕੜਿਆ ਤੇ ਆਪਣੇ ਮੋਢੇ ਤੇ, ਇੱਕ ਮੋਢੇ ਤੇ ਪੰਡ ਰੱਖ ਲਈ, ਇੱਕ ਮੋਢੇ ਤੇ ਨੌਜਵਾਨ ਨੇ ਬਜ਼ੁਰਗ ਦਾ ਅੱਗੇ ਨਾਲ ਚਲੋ ਬਾਪੂ ਆਪਾਂ ਚੱਲਦੇ ਹਾਂ। ਤੇ ਜਦੋਂ ਉਹ ਪਹੁੰਚੇ ਸਰੋਵਰ ਸਾਹਿਬ ਦੇ ਪਰਿਕਰਮਾ ਵਾਲੀ ਜਗ੍ਹਾ ਤੇ ਨੌਜਵਾਨ ਪੰਡ ਰੱਖ ਕੇ ਕਹਿੰਦਾ ਬਾਪੂ ਕੀ ਇੱਥੇ ਆਉਣਾ ਸੀ ਨਾ, ਵੀ ਪਹੁੰਚ ਗਏ ਤੁਸੀਂ। ਉਹ ਨੌਜਵਾਨ ਉਹ ਬਜ਼ੁਰਗ ਹੈਰਾਨ ਵੀ ਸਮਾਂ ਦਾ ਪਤਾ ਹੀ ਨਹੀਂ ਲੱਗਾ ਕਦੋਂ ਐਡੀ ਜਲਦੀ ਪਹੁੰਚ ਗਏ। ਜਦੋਂ ਗੁਰੂ ਅਰਜਨ ਸਾਹਿਬ ਜੀ ਸਭ ਤੋਂ ਨੌਜਵਾਨ ਚਲੋ ਪਹਿਲੇ ਹੀ ਕਲੀਅਰ ਕਰਦੇ ਆ। ਉਹ ਗੁਰੂ ਅਰਜਨ ਜਦੋਂ ਚੱਲੇ ਕੋਲ ਦਰਸ਼ਨ ਨਹੀਂ ਸੀ ਕੀਤੇ, ਗੁਰੂ ਰਾਮਦਾਸ ਜੀ ਦੇ ਬਜ਼ੁਰਗ ਨੇ ਦਰਸ਼ਨ ਕੀਤੇ ਸੀ। ਤੇ ਗੁਰੂ ਰਾਮਦਾਸ ਜੀ ਕੋਲ ਜਦੋਂ ਬਜ਼ੁਰਗ ਆਇਆ ਸੀ ਤੇ ਗੁਰੂ ਅਰਜਨ ਸਾਹਿਬ ਜੀ ਲਾਹੌਰ ਹੀ ਸਨ ਤੇ ਉਹ ਗੁਰੂ ਸਾਹਿਬ ਦੇ ਪੁੱਤਰ ਦੇ ਦਰਸ਼ਨ ਨਹੀਂ ਕੀਤੇ। ਉਹ ਬਜ਼ੁਰਗ ਕਹਿੰਦਾ ਕਹਿੰਦਾ ਕਿ ਜਵਾਨਾ ਵੀ ਮਿਹਨਤ ਦੱਸ ਵੀ ਤੂੰ ਪੰਡ ਚੁੱਕ ਕੇ ਲੈ, ਮੈਨੂੰ ਵੀ ਮੋਢੇ ਦਾ ਆਸਰਾ ਦਿੱਤਾ ਔਰ ਤੂੰ ਰੱਬ ਦੇ ਘਰ ਦੀਆਂ ਗੱਲਾਂ ਵੀ ਬੜੀਆਂ ਸੁਣਾਈਆਂ, ਮੈਨੂੰ ਥਕਾਵਟ ਵੀ ਨਹੀਂ ਹੋਈ ਔਰ ਪਤਾ ਹੀ ਨਹੀਂ ਲੱਗਾ ਕਦੋਂ ਆ ਗਿਆ। ਉਹ ਨੌਜਵਾਨ ਕਹਿੰਦਾ ਬਾਪੂ ਇੱਧਰ ਆਉਣ ਵਾਲਿਆਂ ਨੂੰ ਮੈਂ ਮਿਹਨਤ ਨਹੀਂ ਦੇਗਾ। ਚਲੋ ਹੋਰ ਕਿਤੇ ਜਾਂਦੇ ਤਾਂ ਫਿਰ ਮਜ਼ਦੂਰੀ ਲੈ ਲੈਂਦੇ, ਨਹੀਂ ਉਹ ਕਹਿੰਦੇ ਨਹੀਂ ਵੀ ਤੁਸੀਂ ਦੱਸੋ ਵੀ ਮੈਂ ਤੁਹਾਨੂੰ ਮਿਹਨਤ ਨਹੀਂ ਦੇਣੀ ਬਣਦੀ। ਕਹਿੰਦਾ ਬਾਪੂ ਮਿਹਨਤ ਫਿਰ ਇਹ ਦੇ ਦਿਓ ਵੀ ਸਵੇਰੇ ਆਪਾਂ ਦਰਸ਼ਨ ਕਰਦੇ ਹਾਂ ਇਕੱਠੇ, ਬਸ ਸੀਸ ਦੇ ਦਿਓ ਆਪਣੀ, ਇਹੀ ਸਾਡੀ ਇਹ ਮਜ਼ਦੂਰੀ ਸਮਝ ਦਿਓ। ਸਵੇਰੇ ਹੁਣ ਲਾਈਨ 'ਚ ਲੱਗੀ ਸੰਗਤ, ਸਾਰਿਆਂ ਨੇ ਰਸਤਾ ਰੱਖਿਆ, ਬਜ਼ੁਰਗ ਵੀ ਲਾਈਨ 'ਚ ਲੱਗਾ ਤੇ ਜਦੋਂ ਸਾਹਮਣੇ ਜਾ ਕੇ ਮੱਥਾ ਡੀਕਦਾ ਵੀ ਨੌਜਵਾਨ ਆਇਆ ਨਹੀਂ, ਕਹਿੰਦੇ ਸੀ ਇਕੱਠੇ ਦਰਸ਼ਨ ਕਰਾਂਗੇ। ਪਿੱਛੇ ਨੂੰ ਵੀ ਵੇਖਦਾ, ਧਿਆਨ ਪਿੱਛੇ ਨੂੰ ਤੇ ਪਿੱਛੇ ਨੂੰ ਵੇਖਦਿਆਂ ਮੱਥਾ ਟੇਕਣ ਦੀ ਵਾਰੀ ਆ ਗਈ। ਵੇਖ ਪਿੱਛੇ ਨੂੰ ਲਿਆ ਸੀ ਵੀ ਨੌਜਵਾਨ ਦਿਸਿਆ ਨਹੀਂ ਸਵੇਰ ਦਾ, ਕਹਿੰਦਾ ਸੀ ਕੱਲ੍ਹ ਨੂੰ ਇਕੱਠੇ ਦਰਸ਼ਨ ਕਰਾਂਗੇ। ਜਦੋਂ ਜਲਦੀ ਉਹ ਰਸਤ ਲਾ ਕੇ ਮੱਥਾ ਟੇਕਿਆ ਤਾਂ ਮੱਥਾ ਟੇਕ ਕੇ ਖੜਿਆ ਤਾਂ ਜਦੋਂ ਸਾਹਮਣੇ ਵੇਖਿਆ ਗੁਰੂ ਅਰਜਨ ਸਾਹਿਬ ਜੀ ਬੈਠੇ, ਉਹੀ ਨੌਜਵਾਨ ਜਿਹੜੇ ਪੰਡ ਆਪਣੇ ਮੋਢੇ ਤੇ ਲੱਗੇ। ਉਹ ਬਜ਼ੁਰਗ ਦੀਆਂ ਅੱਖਾਂ 'ਚ ਜਾਲ ਭਰ ਰਿਹਾ, ਕਹਿੰਦੇ ਗੁਰੂ ਅਰਜਨ ਸਾਹਿਬ ਜੀ ਮੈਂ ਸੇਵਾ ਕਰਨ ਆਇਆ ਸਾਂ, ਸੇਵਾ ਕਰਵਾਉਣ ਨਹੀਂ ਗੁਰੂ ਸਾਹਿਬ ਤੋਂ, ਮੈਂ ਜੇ ਪਾਪਾਂ ਦਾ ਭਾਗੀ ਬਣ ਗਿਆ। ਮਹਾਰਾਜ ਕਹਿੰਦੇ ਜੋ ਸਾਡੇ 'ਚ ਬੀਤਿਆ ਬਸ ਇਸ ਤਰ੍ਹਾਂ ਹੀ। ਤੇ ਮਹਾਰਾਜ ਨੇ ਹੱਸ ਕੇ ਕਹਿੰਦੇ ਬਾਪੂ ਜਿਹੜਾ ਮੇਰੇ ਘਰ ਨੂੰ ਚੱਲ ਕੇ ਆਉਂਦਾ ਸੱਚ ਜਾਣੀ ਹੋਊਗਾ ਪੰਡਾ ਤੇ ਆਪਣੇ ਕੋਡਿਆਂ ਵਿੱਚ ਚੁੱਕ ਲੈਣਾ। ਮਹਾਰਾਜ ਨੇ ਬਚਨ ਕਹਿੰਦੇ ਸਾਨੂੰ ਚਿੰਤਾ ਕਰਨ ਦੀ ਲੋੜ ਹੈ। ਜਿਹੜਾ ਗੁਰੂ ਰਾਮਦਾਸ ਜੀ ਦੇ ਘਰ ਨੂੰ ਆਉਂਦਾ ਹੈ ਨਾ, ਮੈਂ ਉਹਦੀਆਂ ਪੰਡਾ ਆਪਣੇ ਮੁੰਡੇ ਪੰਡਾਂ ਦਾ ਅਰਥ ਹੈ ਵੀ ਉਹਦੇ ਦੁੱਖ ਉਹਦੇ ਸਾਰੇ ਜਿਹੜੇ ਉਹ ਫਿਰ ਚਿੰਤਾ ਸਾਨੂੰ ਪੈ ਜਾਂਦੀ ਹੈ। ਮਹਾਰਾਜ ਨੇ ਇਹ ਸ਼ਬਦ ਬਚਨ ਕਲੀਅਰ ਕੀਤੇ ਉੱਤੇ, ਕਹਿੰਦੇ ਬਾਪੂ ਇਹ ਪੰਡਾ ਮੁੰਡਿਆਂ ਨੂੰ ਚੁੱਕਣੀਆਂ ਪੈਂਦੀਆਂ। ਉਹ ਬਜ਼ੁਰਗ ਦਾਸ ਜਿਹੜੀ ਬੇਨਤੀ ਕਰ ਰਿਹਾ ਸੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਚਰਨੀ ਹੱਥ ਲਾਇਆ ਉਸ ਬਜ਼ੁਰਗ ਨੇ, ਕਹਿੰਦਾ ਰਣਜੀਤ ਸਿੰਘ ਤੇਰੇ ਚੋਂ ਗੁਰੂ ਸਾਹਿਬਾਨਾਂ ਦੀ ਝਲਕ ਪੈਂਦੀ ਹੈ ਮੈਨੂੰ। ਤੂੰ ਭੁੱਖਮਰੀ ਦੇ ਵਿੱਚ ਅਨਾਜ ਭੰਡਾਰ ਖੋਲ੍ਹ ਦਿੱਤੇ, ਭੰਡਾਰ ਖੋਲ੍ਹੇ ਹੀ ਨਹੀਂ, ਤੂੰ ਤੇ ਲੋਕਾਂ ਦੇ ਘਰਾਂ 'ਚ ਵੀ ਅਨਾਜ ਪਹੁੰਚਾਉਣ ਲੱਗੇ ਹੋ। ਤੇਰੇ ਵਰਗਾ ਪਰਉਪਕਾਰੀ ਰਾਜਾ ਕੋਈ ਨਹੀਂ ਹੋ ਸਕਦਾ। ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ, ਸਰਕਾਰ ਤੁਹਾਡੇ ਘਰੇ ਰਾਸ਼ਨ ਲੈ ਕੇ ਆਵੇ, ਆਪਣੀ ਤਸਵੀਰ ਉਹ ਕਹਿਣਗੇ ਉਹਨਾਂ ਨੂੰ
ਗੁਰੂ ਕਿਸ ਤੁਹਾਡੇ ਕਦੇ ਰਾਸ਼ਨ ਛੱਡਣ ਆਵੇ, ਗੁਰੂ ਨੇ ਦੱਸਣਾ ਹੀ ਕਿ ਮੈਂ ਗੁਰੂ ਆਇਆ। ਸੱਚ ਜਾਣੋ, ਦੋ ਸਾਖੀਆਂ ਇਹੀ ਪ੍ਰਮਾਣ ਕਿ ਗੁਰੂ ਅਰਜਨ ਸਾਹਿਬ ਨੇ ਪੰਡ ਵੀ ਚੁੱਕ ਲਈ, ਦੱਸਿਆ ਵੀ ਨਹੀਂ ਮੈਂ ਚੁੱਕੀ ਹੈ। ਮਹਾਰਾਜਾ ਰਣਜੀਤ ਸਿੰਘ ਪੰਡ ਵੀ ਲਿਆਉਂਦੇ, ਦੱਸਦੇ ਵੀ ਨਹੀਂ। ਮਹਾਰਾਜਾ ਰਣਜੀਤ ਸਿੰਘ ਉਹਦੇ ਬਜ਼ੁਰਗ ਦੇ ਪੁੱਛਣ ਦੇ ਲੋਕ ਤੁਹਾਨੂੰ ਕੁਝ ਦੇਣਗੇ, ਉਹ ਕਹਿਣਗੇ ਮੇਰੀ ਜੈ ਜੈਕਾਰ ਤੈਨੂੰ ਕਰਨੀ ਪੈਣੀ ਹੈ। ਗੁਰੂ ਤੁਹਾਨੂੰ ਕੁਝ ਦੇ ਕੋ ਆਪਣਾ ਨਾਮ ਨਹੀਂ ਸਾਹਮਣੇ ਲਿਆਏਗਾ, ਮੈਂ ਤੁਹਾਨੂੰ ਕੁਝ ਦੇਵਾਂ। ਇਹੋ ਜਿਹਾ ਦਾਤਾ ਸਤਿਗੁਰੂ ਤੋਂ ਮਿਲੇਗਾ ਜੀ। ਉਹ ਤੇ ਸਾਰਿਆਂ ਨੂੰ ਸਭ ਸਮੇਂ ਸਾਰਾ ਕੁਝ ਦੇ ਰਿਹਾ, ਹੱਥ ਦਾਤੇ ਦੀ ਹੈ ਜੀ ਸਾਰਾ ਕੁਝ। ਮਹਾਰਾਜ ਨੇ ਸਭ ਮੰਗਤਾ ਮਨੁੱਖਾਂ ਦਾ ਬੰਦਾ ਨਹੀਂ ਬਣਾਇਆ। ਅੱਗੇ ਵੀ ਦਾਸ ਨੇ ਕੋਈ ਬੇਨਤੀ, ਕੋਈ ਰਾਜੇ ਹੋਣਾ, ਕੋਈ ਲੋੜਵੰਦ ਚਲਾ ਗਿਆ। ਉਹਨੂੰ ਕਿਸ ਚੀਜ਼ ਰਾਜਾ ਵੀ ਦਾਨੀ ਹੀ, ਉਹ ਕੁਝ ਨਾ ਕੋਈ ਦਿੰਦਾ। ਉਹ ਜਦੋਂ ਲੋੜਵੰਦ ਆਇਆ ਉਹਨੇ ਪੁੱਛਿਆ, ਰਾਜਾ ਕਹਿੰਦੇ ਜੀ ਮੰਦਿਰ 'ਚ ਗਿਆ ਵੀ ਹਜੇ ਨਾ ਮੰਦਿਰ 'ਚ ਆਰਤੀ ਕਰਨੀ ਹੈ। ਤੇ ਕਹਿੰਦਾ ਚਲੋ ਮੰਦਿਰ 'ਚ ਹੀ ਮਿਲ ਲੈਂਦੇ। ਉਹ ਗਿਆ ਤੇ ਰਾਜੇ ਨੇ ਇੱਕ ਨਾ ਝੋਲੀ ਅੱਡੀ ਹੋਈ ਹੈ ਜੀ ਮੰਦਿਰ 'ਚ ਕਿਸੇ ਮੂਰਤੀ ਦੇ ਅੱਗੇ। ਉਹ ਝੋਲੀ ਉਹ ਬੜਾ ਕੁਝ ਮੰਗੀ ਜਾਂਦਾ ਜੀ, ਦੇ ਦਿਓ ਜੀ ਦੇ ਦਿਓ। ਉਹ ਜਿਹੜਾ ਦੂਸਰਾ ਆਇਆ ਸੀ ਲੋੜਵੰਦ, ਉਹ ਹੈਰਾਨ ਹੋ ਗਿਆ, ਕਹਿੰਦਾ ਮੈਂ ਇਹਦੇ ਤੋਂ ਮੰਗਣਾ ਅੱਗੇ ਝੋਲੀ ਕਿਹਦੇ ਅੱਗੇ ਅੱਡੀ ਖੜਾ। ਤੇ ਉਹ ਮੁੜ ਚੱਲਿਆ, ਕਹਿੰਦਾ ਵੀ ਇਹ ਵੀ ਮੰਗਤਾ, ਮੰਗਤੇ ਉਹਦੇ ਤੇ ਮੰਗਣਾ ਹੀ ਨਹੀਂ ਚਾਹੀਦਾ। ਉਹ ਜਦੋਂ ਮੁੜਨ ਲੱਗਾ ਉਹਨੇ ਚਲੋ ਰਾਜੇ ਦੀ ਆਰਤੀ ਪੂਰੀ ਹੋਈ। ਉਹ ਪਿੱਛੋਂ ਕਹਿੰਦਾ ਕੋਈ ਲੋੜਵੰਦ ਲੱਗਦਾ ਹੈ। ਕਹਿੰਦਾ ਹਾਂ। ਕਹਿੰਦਾ ਫਿਰ ਵੀ ਮੰਗਿਆ ਕੁਝ ਨਹੀਂ। ਉਹ ਕਹਿੰਦਾ ਹੁਣ ਤੇਰੇ ਤੋਂ ਨਹੀਂ ਮੰਗਾਗਾ, ਸਮਝ ਆ ਗਈ ਜਦੋਂ ਤੂੰ ਮੰਗਦਾ ਉਹਦੇ ਤੇ ਮੰਗਾਗਾ, ਕੋਈ ਮੇਰੀ ਲੋੜ ਪੂਰੀ ਕਰੇਗਾ, ਤੇਰੇ ਤੋਂ ਨਹੀਂ ਮੰਗੇਗਾ। ਮੰਗਤੇ ਤੂੰ ਕੀ ਮੰਗਣਾ, ਤੂੰ ਮੈਨੂੰ ਤ੍ਰਿਪਤ ਨਹੀਂ ਕਰ ਸਕਦਾ। ਤ੍ਰਿਪਤ ਉਹਨੇ ਕਰਨਾ ਜਦੋਂ ਜਿਹੜਾ ਤੈਨੂੰ ਰਾਜ ਦੇ ਸਕਦਾ, ਜਿਹਨੇ ਤੈਨੂੰ ਦਾਨੀ ਬਣਾਤਾ, ਉਹ ਮੈਨੂੰ ਵੀ ਇਹੋ ਜਿਹਾ ਬਣਾ ਸਕਦਾ। ਤਾਂ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਹੋਰ ਘਟਨਾ, ਚਲੋ ਵੈਸੇ ਤਾਂ ਸਮਾਂ ਸਮਾਪਤ ਹੋ ਗਿਆ ਜੋ ਨਵਾਂ ਸਾਹਿਬ ਮਿਲਦਾ। ਚਲੋ ਫਿਰ ਆਪਾਂ ਕੱਲ੍ਹ ਦੇ ਦੁਆਰਾ ਜ਼ਿਕਰ ਕਰਾਂਗੇ। ਮਹਾਰਾਜ ਕਹਿੰਦੇ ਹੈ ਜਗਤ ਭਖਾਲੀ ਫਿਰਤ ਹੈ ਸਭ ਕੋ ਦਾਤਾ ਨਾਮ। ਜਗਤ ਭਖਾਲੀ ਹੈ, ਦਾਤਾ ਨਾਮ ਹੀ ਹੈ, ਦਾਤਾ ਏਕ ਹੈ। ਅਸੀਂ ਮੰਗਤਿਆਂ ਦੇ ਸਿੱਖ ਨੇ ਮੰਗਤੇ, ਤੁਹਾਨੂੰ ਸਿੱਖ ਕਿਤੇ ਮੰਗਦਾ ਨਜ਼ਰ ਨਹੀਂ ਜਾਏਗਾ। ਇਹ ਹੋਇਆ ਸੀ, ਉਹ ਕਿਸੇ ਨੇ ਆਖਿਆ, ਉਹ ਕਹਿੰਦੇ ਜੀ ਮੰਗਤੇ, ਉਹ ਰਕਸ਼ੇ ਵਾਲਾ ਹੀ ਸਿੰਘ, ਤੇ ਉਹ ਕਹਿੰਦਾ ਜੀ ਜਿਹੜਾ ਰਕਸ਼ੇ ਦੇ ਪਿੱਛੇ ਬੈਠਾ ਨਾ ਸਵਾਰੀ ਬੈਠੀ, ਉਹ ਕਹਿੰਦਾ ਤੈਨੂੰ ਮੈਂ ਇੰਨੇ ਪੈਸੇ ਦੇ ਦੇਣਾ, ਬਾਅਦ 5 ਰੁਪਏ ਕਹਿ, ਉਹ ਕਹਿੰਦਾ 10 ਰੁਪਏ। ਉਹ ਕਹਿੰਦਾ 5 ਰੁਪਏ ਮੈਨੂੰ ਟੁੱਟੇ ਦਿਓ, ਮੈਂ ਤੇਰੇ ਤੋਂ ਕੁਝ ਨਹੀਂ ਲੈਣਾ ਚਾਹੁੰਦਾ, ਮੈਂ ਕਿਰਤ ਕਰਕੇ ਛੱਡੂਗਾ। ਤੇ ਉਹ ਕਹਿੰਦਾ ਕਿਸੇ ਨੂੰ ਅੱਗੇ ਦਾਨ ਦੇ ਦੇ। ਉਹ ਕਹਿੰਦਾ ਤੇਰੇ ਫਿਰ ਮੇਰਾ ਦੇ ਵਿੱਚ ਰੋਲ ਹੀ ਕੋਈ ਨਹੀਂ ਰਿਹਾ ਵੀ ਤੇਰੇ ਪੈਸੇ ਮੈਂ ਅੱਗੇ ਦਾਨ ਕਰਾਂ, ਮੈਂ ਦਾਨ ਵੀ ਨਹੀਂ ਕਰ ਸਕਦਾ। ਮੈਂ ਜਿਹੜੇ ਕਮਾਵਾਂਗਾ ਉਹਦੇ ਚੋਂ ਦੁਸ਼ਮਣ ਕੱਢਾਂਗਾ, ਤੇਰੇ ਦਾਨ ਨਹੀਂ ਕਰਨੇ। ਉਹ ਹੈਰਾਨ ਹੋ ਗਿਆ। ਉਸ ਸਿੱਖ ਨੇ ਕਿਹਾ, ਉਹ ਕਹਿਣ ਲੱਗਾ 5 ਰੁਪਏ ਲੈ ਜਾ ਆਪਣੇ ਕੋਲ। ਤੇ ਕਹਿੰਦਾ ਮੈਂ ਹੀ ਨਹੀਂ, ਜਿਹਦੇ ਦਾੜਾ ਹੋਏਗਾ ਨਾ, ਕੇਸ ਹੋਣਗੇ, ਦਸਤਾਰ ਹੋਏਗੀ, ਤੇ 5 ਰੁਪਏ ਕਿਸੇ ਨੂੰ ਦੇ ਕੇ ਵੇਖੀ ਬਿਨਾਂ ਕੰਮ ਤੋਂ, ਇਹ 5 ਰੁਪਏ ਕੋਈ ਲਏਗਾ ਨਹੀਂ। ਦੇ ਕੇ ਉਹਨੂੰ ਵੀ ਕਹਿੰਦਾ ਸਾਲਾਂ ਭਰੀ ਲੰਘ ਗਿਆ, ਤੇ ਉਹ ਫਿਰ ਕਿਤੇ ਰਕਸ਼ੇ ਤੇ ਆਣ ਕੇ ਬੈਠਾ। ਕਹਿੰਦਾ ਜੀ ਉਹ 5 ਰੁਪਏ ਕਿਸੇ ਨੂੰ ਦਿੱਤੇ। ਕਹਿਣ ਲੱਗਾ ਦਸਤਾਰ ਤੇ ਪੱਗ ਵਾਲੇ ਨੇ ਹਜੇ ਤੱਕ ਮੇਰੀ ਜੇਬ ਚੋਂ 5 ਰੁਪਏ ਲੈ ਨਹੀਂ। ਪੁੱਛਿਆ ਬਹੁਤਿਆਂ ਨੂੰ, ਉਹ ਅੱਗੋਂ ਇਹੀ ਗੱਲ ਕਹਿੰਦੇ ਸਰਦਾਰ ਕਿਸੇ ਤੋਂ ਮੰਗਦਾ ਨਹੀਂ, ਸਰਦਾਰ